ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਗੂੰਗ ਕੀ ਕਾਇਆ ਰਤਨਾ ਕੀ ਲਲਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਲੜੀਵਾਰ ਕਥਾ ਸ੍ਰੀ ਰਾਗ ਵਿੱਚ ਆਰੰਭ ਹੋ ਕਰਕੇ ਪਿੱਛੇ ਸ੍ਰੀ ਰਾਗ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਕਥਾ ਹੁੰਦਿਆਂ ਹੋਇਆਂ ਅੱਗੇ ਹੁਣ 8ਵਾਂ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ੁਰੂ ਹੋ ਰਿਹਾ ਹੈ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਜਿਸ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ, ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ ਜੀ। ਇਸ ਵਿੱਚ ਮਹਾਰਾਜ ਸਾਹਿਬ ਕਰਤਾਰਪੁਰ ਸਾਹਿਬ ਵਿਰਾਜਮਾਨ ਸਨ। ਗਰੀਬ ਨਿਵਾਸ ਸਤਿਗੁਰੂ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੀਓ, ਆਪ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਹੋ ਜਿਹੀ ਬੁੱਧ ਨਾਲ ਹੁੰਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਕਿਸ ਤਰ੍ਹਾਂ ਦੀ ਬੁੱਧ ਸਾਨੂੰ ਪ੍ਰਾਪਤ ਕਰਨੀ ਚਾਹੀਦੀ ਹੈ। ਤਾਂ ਉੱਤਰ ਵਿੱਚ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਪਹਿਲਾਂ ਗੁਰਮੁਖ ਦੀ ਅਵਸਥਾ ਕਥਨ ਕਰਨਗੇ ਤੇ ਫਿਰ ਮਨਮੁਖ ਦੀ ਅਵਸਥਾ ਕਥਨ ਕਰਨਗੇ। ਸੋ ਜਿਸ ਪ੍ਰਕਾਰ ਕਥਨ ਕਰਦੇ ਨੇ ਸੁਣੋ ਜੀ। ਗੂੰਗ ਕੀ ਕਾਇਆ ਰਤਨਾ ਕੀ ਲਲਤਾ। ਕਹਿੰਦੇ ਹੇ ਭਾਈ ਗੁਰਸਿੱਖੋ, ਗੂੰਗੂ ਨਾਮ ਕੇਸਰ ਦਾ ਹੈ। ਕੇਸਰ ਦੀ ਨਿਆਈ ਕੇਸਰ ਸੁਗੰਧੀ ਹੁੰਦੀ ਹੈ ਤੇ ਬੜੇ ਗੁਣ ਹੁੰਦੇ ਨੇ। ਕਾਇਆ ਜਿਹੜੀ ਦੇਹ ਹੈ ਪਾਪਾਂ ਤੋਂ ਨਿਰਮਲ ਕਰ ਲੈਣੀ ਚਾਹੀਦੀ ਹੈ। ਹੱਥਾਂ ਪੈਰਾਂ ਨਾਲ ਅੱਖਾਂ ਨਾਲ ਕੰਨਾਂ ਨਾਲ ਇਹ ਪਾਪ ਹੋਣ ਤੋਂ ਸੁੱਧ ਕਰ ਲੈਣੀ ਚਾਹੀਦੀ ਹੈ। ਇਹ ਕਾਇਆ ਦੇਹ ਨਿਰਮਲ ਹੋਵੇ ਅਤੇ ਫਿਰ ਦੇਹ ਜਿਹੜੀ ਹੈ ਉਹ ਰਤਨਾਂ ਦੀ ਨਿਆਈ ਲਲਤਾ ਸੁੰਦਰਤਾ ਦੇ ਸਹਿਤ ਹੋਵੇ ਤੇ ਉਹਦੇ ਵਿੱਚ ਬੁੱਧ ਜਿਹੜੀ ਹੈ ਵੈਰਾਗ ਤੇ ਵਿਵੇਕ ਇਹ ਦੋਨੇ ਇਹਨਾਂ ਦੇ ਸਹਿਤ ਹੋ ਜਵੇ। ਵੈਰਾਗ ਵਿਵੇਕ ਰੂਪੀ ਕੇਸਰ ਕਰਕੇ ਇਹ ਨਿਰਮਲ ਅਤੇ ਵੈਰਾਗ ਦੇ ਬਚਨ ਰੂਪੀ ਰਤਨਾਂ ਦੀ ਨਿਆਈ ਲਲਤਾ ਜਿਹੜੀ ਜੀਵ ਹੈ ਪਵਿੱਤਰ ਹੋ ਜਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਕੇ ਅਗਰ ਵਾਸ ਤਨ ਸਾਸ। ਅਗਰ ਇੱਕ ਊਦ ਦੀ ਲੱਕੜ ਹੁੰਦੀ ਹੈ ਇਹ, ਤੇ ਇਹ ਵਿਰਸ਼ ਜ਼ਿਆਦਾਤਰ ਅਸਾਮ ਵਾਲੇ ਪਾਸੇ ਹੁੰਦਾ ਹੈ। ਸੁਗੰਧਿਤ ਹੈ, ਇਸ ਕਰਕੇ ਊਦ ਦੀ ਲੱਕੜੀ ਦੀ ਆਈ ਕਹਿੰਦੇ ਭਗਤੀ ਰੂਪੀ ਮਹਿਕ ਆਵੇ। ਅਗਰ ਦੀ ਸੁਗੰਧੀ ਵਾਲਾ ਵਿਰਸ਼ ਤੇ ਉਹਦੀ ਨਿਆਈ ਫਿਰ ਭਗਤੀ ਦੀ ਸੁਗੰਧੀ ਆਉਣੀ ਚਾਹੀਦੀ ਹੈ। 68 ਤੀਰਥ ਕਾ ਮੁਖ ਟਿੱਕਾ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਤੇ ਇਹਦਾ ਪਾਠ ਭੇਦ ਵੀ ਹੈ ਥੋੜਾ ਜਿਹਾ। ਟੈਂਕੇ ਨੂੰ ਸਿਆਰੀ ਕੱਕੇ ਨੂੰ ਕਰਨਾ ਜਿਹੜਾ ਹੈ, ਇਹਨੂੰ ਟਿਕਾ ਪਾਠ ਨਾ ਬਣ ਜਾਵੇ। ਟਿਕਾਦਿਕ ਸਹਿਤ ਪਾਠ ਜਿਹੜਾ ਉਹ ਕਰਨਾ ਹੈ। ਉਹ ਗੁਰਮੁਖ ਜਨ ਉਹਨਾਂ ਜਿਨ੍ਹਾਂ ਦੀ ਐਸੀ ਅਵਸਥਾ ਉੱਪਰ ਕਹੀਏ ਵੀ ਐਸੀ ਕਾਇਆ ਉਹਨਾਂ ਦੀ ਹੋ ਜਾਏ, ਬੁੱਧ ਐਸੀ ਨਿਰਮਲ ਹੋਵੇ, ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰਨ ਦਾ ਵੀ ਐਸਾ ਫਲ ਹੈ ਜਿਹੋ ਜਿਹਾ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨਾਂ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦਾ ਜਸ ਰੂਪੀ ਟਿੱਕਾ ਤਿਲਕ ਉਹਨਾਂ ਦੇ ਮੁਖ ਤੇ ਹੈ। ਉਹਨਾਂ ਦੇ ਅੱਗੇ 68 ਤੀਰਥ ਕੀ ਚੀਜ਼ ਹਨ। 68 ਤੀਰਥ ਜਾਂ ਸਾਧ ਭਗਤ ਰਹਿ ਤਹਾਂ ਬੈਕੁੰਠ ਜੇ ਨਾਮ ਉਚਰੈ। ਉਹ ਮੁਖੀ ਪ੍ਰਭੂ ਦੇ ਟਿੱਕਾ ਕੀ ਇਸਤਤ ਹੋਏ ਨੇ, ਉਹ ਉਸ ਟਿਕਾ ਵਾਲੇ ਹੋਏ ਵੇ ਹਨ। ਚਿਤ ਘਟ ਮਤ ਵਿਗਾਸ। ਉਹਨਾਂ ਦੇ ਘਟ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮਤ ਬੁੱਧੀ ਦਾ ਵਿਗਾਸ ਨਾਮ ਖਿੜਾ ਦਾ ਹੁੰਦਾ ਹੈ। ਉਹ ਵਿਕਸਿਤ ਹੋਈ ਹੈ, ਖਿੜੀ ਹੋਈ ਹੈ, ਪ੍ਰਕਾਸ਼ ਹੈ। ਪਰਮੇਸ਼ਰ ਦਾ ਭਜਨ ਸਿਮਰਨ ਕਰਨ ਵਾਲੀ ਪ੍ਰਕਾਸ਼ ਸਹਿਤ ਬੁੱਧੀ ਹੋ ਗਈ ਉਹਨਾਂ ਦੀ। ਓਤਮਤੀ ਸਾਲਾਹਣਾ। ਉਹ ਤੋਂ ਉਸ ਉਹਨਾਂ ਵਾਲੀ ਮਤ ਲੈ ਕੇ
ਫਿਰ ਪ੍ਰਭੂ ਜੀ ਦੀ ਸਾਲਾਹਣਾ ਕੀ ਇਹ ਸਿਫਤ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਜਿਹੜਾ ਨਾਮ ਹੈ ਜੀ ਸਚ ਨਾਮ ਗੁਣਤਾਸ, ਉਹ ਪਰਮੇਸ਼ਰ ਦਾ ਸੱਚਾ ਨਾਮ ਹੈ। ਉਹ ਗੁਣਾਂ ਦੇ ਤਾਸ ਪਾਤਰ ਹੋ ਗਏ ਨੇ, ਤੇ ਉਹ ਗੁਣਾਂ ਦੇ ਤਾਸ ਖਜ਼ਾਨੇ ਹੋ ਗਏ ਨੇ। ਗੁਣਾਂ ਦਾ ਖਜ਼ਾਨਾ ਹੀ ਉਹਨਾਂ ਦੀ ਮੱਤ ਹੋ ਗਈ ਹੈ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰੂ ਕੀ ਸਿੱਖ ਸੁਣੀ, ਇਹ ਉਹਨਾਂ ਨੂੰ ਫਲ ਪ੍ਰਾਪਤ ਹੋਇਆ। ਬਾਬਾ ਹੋਰ ਮਤ ਹੋਰ ਹੋਰ। ਹੇ ਭਾਈ, ਪਰਮੇਸ਼ਰ ਦੀ ਮੱਤ ਤੋਂ ਬਿਨਾਂ ਜਿਹੜੀ ਹੋਰ ਮੱਤ ਹੈ, ਪਰਮੇਸ਼ਰ ਦੀ ਪ੍ਰਾਪਤੀ ਦੀ ਮੱਤ ਹੋ ਗਈ ਨਾ, ਇੱਕ ਤਾਂ ਇੱਕ ਮੱਤ ਹੋ ਗਈ ਜਿਹੜੀ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਲੀ ਹੈ। ਕਹਿੰਦੇ ਪਰਮੇਸ਼ਰ ਦੀ ਮੱਤ ਜਿਹੜੀ ਗੁਰਮਤ ਹੈ, ਗੁਰੂ ਦੀ ਮੱਤ ਸਿੱਖਿਆ ਤੋਂ ਬਿਨਾਂ ਹੋਰ ਜਿਹੜੀ ਮੱਤ ਹੈ, ਇਹ ਹੋਰ ਤਿੰਨ ਪਾਠ ਹੋਣਗੇ। ਇੱਕ ਹੋਰ ਇੱਧਰ ਲੱਗਿਆ, ਉਹ ਹੋਰ ਤਰ੍ਹਾਂ ਦੀ ਹੋਈ ਹੈ। ਉਹ ਹੋਰ ਦੀ ਹੋਰ ਹੀ ਹੈ, ਜਿਵੇਂ ਕਹਿੰਦੇ ਤੂੰ ਹੋਰ ਦਾ ਹੋਰ ਹੀ ਹੋ ਗਿਆ। ਦੂਰਾ ਬਚਨ ਹੈ, ਪੰਜਾਬੀ ਬੋਲੀ ਹੈ, ਪਰਮੇਸ਼ਰ ਤੋਂ ਦੂਰ ਕਰਨ ਵਾਲੀ ਹੈ। ਹੋਰ ਮਤਾਂ ਦਾ ਫਲ ਵੀ ਹੋਰ ਹੁੰਦਾ ਹੈ। ਉਹਨਾਂ ਦੀ ਸਿੱਖਿਆ ਹਿਰਦੇ ਵਿੱਚ ਹੋਰ ਹੋੜ ਲਵੋ, ਮੋੜ ਲਵੋ, ਸਵਰਨੀ ਅੱਖਰ ਮੰਨ ਕੇ ਰਾਰੇ ਤੋਂ ਡਾੜਾ ਲੱਗ ਜਾਂਦਾ ਹੈ। ਸੰਸਾਰ 'ਚ ਹੋਰ ਅਨੇਕਾਂ ਮਤਨ, ਜਿਵੇਂ ਜੈਨ ਮਤ ਹੈ, ਤੇ ਇਹ ਵੀ ਹੋਰ ਤਰ੍ਹਾਂ ਦਾ ਹੈ। ਕਪਾਲਕਾਂ ਦਾ ਮਤ ਹੈ, ਇਹ ਵੀ ਹੋਰ ਤਰ੍ਹਾਂ ਦਾ ਹੈ। ਹੱਡੀਆਂ ਦੀ ਮਾਲਾ ਪਾਈ ਫਿਰਦੇ ਆ ਗਲਾਂ ਦੇ ਵਿੱਚ। ਨਿਆਇਕ ਈਸ਼ਵਰ ਨੂੰ ਇੱਕ ਦੇਸੀ ਮੰਨਦੇ ਨੇ, ਇਹ ਵੀ ਹੋਰ ਤਰ੍ਹਾਂ ਦਾ ਮਤ ਹੈ। ਕਾਲਵਾਦੀ ਕਾਲ ਨੂੰ ਇਹ ਮੰਨਦੇ ਨੇ, ਇਹਨਾਂ ਦਾ ਮਤ ਵੀ ਹੋਰ ਹੈ। ਇਸ ਕਰਕੇ ਭਾਈ ਜਿਹੜਾ ਗੁਰਮਤ ਹੈ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਮਤ ਗੁਰ ਕੀ ਮਤ ਜੀ ਆਈ ਕਾਰ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ। ਇਸ ਪ੍ਰਕਾਰ ਦੀ ਮਤ ਨੂੰ ਧਾਰਨ ਕਰਨਾ ਚਾਹੀਦਾ ਹੈ। ਜੇ ਸੋ ਵੀਰ ਕਮਾਈਐ ਕੂੜਾ ਕੂੜਾ ਜੋਰ, ਜੇ 100 ਸੈਂਕੜੇ ਵਾਰੀ ਵੀ ਉਹਨਾਂ ਦੀ ਅਨਮਤੀਆਂ ਦੇ ਉਹ ਸਿੱਖਿਆ ਨੂੰ ਲੈ ਕੇ ਕੋਈ ਵਿਅਕਤੀ ਕਮਾਈ ਕਰ ਲਵੇ, ਤੇ ਫਿਰ ਵੀ ਕੂੜਾ ਜੋਰ। ਤੇ ਜਿਹੜੇ ਝੂਠ ਬੋਲਣ ਵਾਲੇ ਨੇ, ਆਪਣੀ ਪੂਜਾ ਕਰਾਉਣ ਵਾਲੇ ਨੇ, ਪਖੰਡ ਕਰਨ ਵਾਲੇ ਨੇ, ਜਾਂ ਹੋਰ ਤਰ੍ਹਾਂ ਦੇ ਮਤ ਆਪਣੀ ਮਰਜ਼ੀ ਨਾਲ ਚਲਾਏ ਹੋਏ ਨੇ, ਉਹਨਾਂ ਦਾ ਜ਼ੋਰ ਬਲ ਵੀ ਝੂਠਾ ਹੀ ਹੁੰਦਾ ਹੈ। ਜਿਵੇਂ ਸੂਤ ਦੇ ਅੰਦਰ ਗੰਢਾਂ ਦੇ ਕੇ ਮਾਲਾ ਬਣਾਈ ਦੀ ਹੈ, ਉਵੇਂ ਝੂਠੀਆਂ ਗੱਲਾਂ ਦੀਆਂ ਗੰਢਾਂ ਬਣਾਈਆਂ ਹੋਈਆਂ ਨੇ। ਐਵੇਂ ਗੱਪਾਂ ਮਾਰ ਕੇ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ, ਮੇਰੇ ਕੋਲ ਰਿੱਧੀਆਂ ਸਿੱਧੀਆਂ ਲੋਕਾਂ ਨੂੰ ਮਗਰ ਲਾ ਲੈਣਾ, ਇਹ ਸਭ ਝੂਠ ਬੋਲਦੇ ਆ। ਤੋ ਅੱਗੇ ਮਹਾਰਾਜ ਸਾਹਿਬ ਜੀ ਹੁਣ ਫਿਰ ਮਨਮੁਖ ਦੀ ਹਾਲਤ ਕਥਨ ਕਰਨਗੇ। ਇਹ ਤਾਂ ਗੁਰਮੁਖ ਦੀ ਅਵਸਥਾ ਸੀ, ਗੁਰਮੁਖਾਂ ਨੂੰ ਐਸਾ ਕਰਨਾ ਚਾਹੀਦਾ। ਉਹਨਾਂ ਦੀ ਹਾਲਤ ਦੱਸਦੇ ਨੇ। ਅਸਥਾਈ ਦੇ ਕੇ ਵਿਸਰਾਮ ਦੇ ਕੇ ਉਚਾਰਨ ਕਰਦੇ ਹਾਂ ਜੀ। ਪੂਜ ਲੱਗੇ ਪੀਰ ਆਖੀਐ ਸਭ ਮਿਲੈ ਸੰਸਾਰ। ਐਡਾ ਵੱਡਾ ਪੂਜਨੀਕ ਬਣ ਜਾਵੇ, ਮਹਾਰਾਜ ਕਹਿੰਦੇ, ਜੇ ਸਾਰੇ ਲੋਕ ਪੀਰ ਕਹਿਣ, ਮੁਸਲਮਾਨਾਂ ਦੇ ਉਹ ਪੀਰ ਕਹਿੰਦੇ ਨੇ, ਹਿੰਦੂ ਮਤ ਵਿੱਚ, ਸਿੱਖ ਮਤ ਵਿੱਚ ਆਪਾਂ ਗੁਰੂ ਕਹਿੰਦੇ, ਉਹਨੂੰ ਕਹਿਣ ਲੱਗ ਜਾਣੇ, ਹਿੰਦੂਆਂ ਦਾ ਪੂਜਨੀਕ ਗੁਰੂ ਬਣ ਜਾਵੇ, ਪੂਜਾ ਹੋਣ ਲੱਗ ਜਾਵੇ। ਬਹੁਤ ਸਾਰੇ ਹੈ ਪੂਜ ਬਣੇ ਹੋਏ ਨੇ, ਆਪੋਂ ਹੀ ਗੁਰੂ ਬਣੇ ਹੋਏ ਨੇ। ਮੁਸਲਮਾਨਾਂ ਦੇ ਪੀਰ ਬਣ ਜਾਣ, ਸੰਸਾਰ ਜਗ ਦੇ ਸਾਰੇ ਲੋਕ ਉਹਨਾਂ ਨੂੰ ਭੇਟਾ ਲੈ ਕੇ, ਸਭ ਸਾਰੇ ਸੰਸਾਰ ਦੇ ਲੋਕ ਮਿਲਣ, ਨਮਸਕਾਰਾ ਕਰਨ। ਐਡਾ ਉਹਨਾਂ ਦਾ ਪ੍ਰਤਾਪ ਵੀ, ਭਾਵੇਂ ਝੂਠ ਦਾ ਵੀ ਪ੍ਰਤਾਪ ਹੈ। ਇਹ ਨਹੀਂ ਵੀ ਸੱਚ ਨੂੰ ਹੀ ਮੰਨਦੇ ਆ ਲੋਕ, ਝੂਠ ਨੂੰ ਜ਼ਿਆਦਾ ਮੰਨਦੇ ਆ। ਸਮਾਂ ਉਹਨਾਂ ਦੀ ਪੂਜਾ ਜ਼ਿਆਦਾ ਹੋਣ ਲੱਗ ਜਾਂਦੀ ਹੈ। ਤੋ ਇਸ ਕਰਕੇ, ਪਰ ਉਹ ਹੁੰਦਾ ਭਾਦੋਂ ਦੀਆਂ ਖੁੰਬਾਂ ਦੀ ਨਿਆਈ ਹੋਈਆਂ, ਪਤਾ ਨਹੀਂ ਕਦੋਂ ਉੱਡ ਜਾਣਾ। ਅਨੇਕਾਂ ਪਖੰਡੀਆਂ ਦੀ ਪੂਜਾ ਹੁੰਦੀ ਉਹਨਾਂ ਦੇ ਹਾਲ ਦੇਖੇ ਜਾ ਰਹੇ ਨੇ, ਸਤਿਯੁਗ ਲੈ ਕੇ ਹੁਣ ਤੱਕ ਹੋ ਰਹੇ ਹਨ। ਤੋ ਅੱਗੇ ਦੱਸਦੇ ਹਨ ਜੇ ਨਾਉ ਸਦਾਏ ਆਪਣਾ ਹੋਵੇ ਸਿੱਧ ਸਵਾਰ। ਆਪਣਾ ਨਾਉ ਵੱਡਾ ਖਵਾਲਵੇ, ਮੋਟਾ ਨਾਉ ਧਰਾਈਐ, ਐਂ ਧਰਾ ਲੈਣ, ਤੇ ਭਾਵ ਆਪਣੇ ਆਪ ਨੂੰ ਪੀਰ ਜਣਾ ਲੈਣ, ਤੇ ਜਾਂ ਫਿਰ ਸਿੱਧਾਂ ਵਿੱਚ ਸੁਮਾਰ ਗਿਣਤੀ ਹੋ ਜਾਵੇ ਵੀ ਜੀ ਇਹਦੇ ਕੋਲ ਸਿੱਧੀਆਂ ਦਾ ਬੜਾ ਬਲ ਹੈ, ਇਹ ਸਿੱਧਾਂ 'ਚ ਗਿਣਿਆ ਗਿਆ ਹੈ, ਐਸਾ ਵੀ ਭਾਵੇਂ ਹੋ ਜਾਵੇ। ਜਾਂ ਪਤ ਲਿਖੈ ਨਾ ਪਵੈ ਸੱਬਾ ਪੂਜ ਖਾਰ। ਇਹ ਸੱਬਾ ਪਾਠ ਵੀ ਅਧਿਕ ਸਹਿਤ ਕਰਨਾ ਹੈ। ਪੋਥੀਆਂ 'ਚ ਪੂਰਾ ਧਿਆਨ ਰੱਖਿਆ ਕਰੋ
ਜਿਹੜੇ ਸਰੋਤੇ ਆ ਮਾਈ ਭਾਈ, ਉਹਨਾਂ ਨੇ ਤਾਂ ਆਪਣਾ ਸੁਣ ਕੇ ਆਨੰਦ ਲੈਣਾ। ਤੁਸੀਂ ਕੰਨਾਂ ਨਾਲ ਆਨੰਦ ਵੀ ਲੈਣਾ ਤੇ ਅੱਖਰਾਂ ਦਾ ਗਿਆਨ ਵੀ ਪ੍ਰਾਪਤ ਕਰਨਾ। ਇੱਥੇ ਫਿਰ ਸਭਾ ਪਾਠ ਹੈ, ਅਦਕ ਸਹਿਤ ਬੋਲਣਾ ਇਸ ਨੂੰ। ਜੇ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਪਤਨਾਮ ਇੱਜ਼ਤ ਦਾ ਹੁੰਦਾ ਹੈ, ਪਤ ਸ਼ਬਦ ਵੀ ਪਤਨਾਮ, ਇਹ ਜਿਹੜਾ ਪਤ ਨਾ ਬਣ ਜਾਏ ਉਹਦਾ ਵੀ ਧਿਆਨ ਰੱਖਣਾ। ਪਤ ਪੱਤੇ ਹੁੰਦੇ ਨੇ ਜਿਵੇਂ ਬਿਰਸ਼ਾਂ ਦੇ ਪੱਤੇ ਹੁੰਦੇ, ਪਤ ਇੱਜ਼ਤ ਦਾ ਨਾਮ ਹੈ। ਜਦੋਂ ਲੇਖੇ ਨਾ ਪਵੇ ਪ੍ਰਮਾਣਿਕ ਨਾ ਹੋਵੇ ਤਾਂ ਸਭਾ ਕੀ ਇਹ ਸਾਰੀ ਪੂਜਾ ਕੀਤੀ ਹੋਈ ਖੁਆਰ ਖਰਾਬ ਕਰਨ ਵਾਲੀ ਹੋਈ, ਫਿਰ ਦੁੱਖ ਦੇਣ ਵਾਲੀ ਹੋਈ। ਤੇ ਜਿਸ ਤਰ੍ਹਾਂ ਇੱਕ ਉਹ ਮਹਾਤਮਾ ਸੀ, ਉਹਨੇ ਕਿਤੇ ਇਹਨਾਂ ਭੂਤਾਂ ਪ੍ਰੇਤਾਂ ਦੇ ਵਿੱਚੋਂ ਇੱਕ ਜਖਣੀ ਹੁੰਦੀ ਹੈ, ਉਹ ਤਾਂਤਰਿਕ ਵਿਦਿਆ ਵਾਲਿਆਂ ਦੇ ਵਿੱਚ ਬੜੀ ਮਸ਼ਹੂਰ ਹੈ, ਤਾਰਨਕ ਸ਼ਾਸਤਰਾਂ ਦੀ ਜਖਣੀ। ਉਹਨੇ ਕਿਹਾ ਵੀ ਜਖਣੀ ਸਿੱਧ ਕਰਾਂ ਮੈਂ। ਚਲੋ ਤਾਂਤਰਿਕ ਵਿਦਿਆ, ਉਹਨੇ ਜਖਣੀ ਨੂੰ ਆਪਣੇ ਅਧੀਨ ਕਰ ਲਿਆ ਤੇ ਉਹਨੂੰ ਉਹਨਾਂ ਸਮਿਆਂ ਦੇ ਵਿੱਚ ਜਦੋਂ 1 ਰੁਪਈਏ ਦੀ ਮਣਤਾ ਕਣਕ ਆ ਜਾਂਦੀ ਸੀ, 25 ਰੁਪਈਏ ਰੋਜ਼ ਉਹਨੂੰ ਉਹਦੇ ਪ੍ਰਤਾਪ ਨਾਲ ਮਿਲਿਆ ਕਰਨ ਹੁੰਦਾ ਰਿਹਾ। ਜਦੋਂ ਬਿਰਧ ਅਵਸਥਾ ਹੋ ਗਈ ਉਹਦੀ ਸਾਧ ਦੀ, ਉਹਨੇ ਕਿਹਾ ਵੀ ਉਹ ਮੈਂ ਸਾਰੀ ਉਮਰ ਤਾਂਤਰਿਕ ਵਿਦਿਆ 'ਚ ਉਲਝਿਆ ਰਿਹਾ, ਵੀ ਮੁਕਤੀ ਵਾਸਤੇ ਤਾਂ ਕੁਝ ਵੀ ਨਹੀਂ ਕਰਿਆ। ਉਹ ਫਿਰ ਕਿਤੇ ਸਤਸੰਗਤ ਲੱਗਿਆ ਕਰਨ ਵੀ ਕਿਸੇ ਸਤਸੰਗ ਕਰਕੇ ਮੈਂ ਆਪਣਾ ਉਧਾਰ ਕਰ ਲਾਂ। ਕਹਿੰਦੇ ਉਹ ਸਤਸੰਗ ਵਾਲੇ ਪਾਸੇ ਨੂੰ ਤੁਰਨ ਲੱਗਿਆ, ਰਸਤੇ ਜਖਣੀ ਨੇ ਢਾ ਲਿਆ, ਮੂੰਹ ਦੇ 'ਚ ਰੇਤਾ ਪਾ ਕੇ ਉਹਨੂੰ ਜਖਣੀ ਕਹਿਣ ਲੱਗੀ, ਕਹਿੰਦੀ ਤੂੰ ਹੁਣ ਸਾਰੀ ਉਮਰ ਮੈਨੂੰ ਆਪਣੇ ਅਧੀਨ ਕਰਕੇ ਮੰਤਰਾਂ ਦੀ ਸ਼ਕਤੀ ਨਾਲ ਤੂੰ ਹੁਣ ਮੁਕਤ ਹੋਣ ਵਾਸਤੇ ਤੁਰ ਪਿਆ। ਇਹ ਨਹੀਂ ਹੋ ਸਕਦਾ, ਹੁਣ ਤੈਨੂੰ ਮੁਕਤ ਨਹੀਂ ਹੋਣ ਦੇਵਾਂਗੀ, ਤੂੰ ਮਰ ਕੇ ਸਾਡੇ ਵਾਲੀ ਜੂਨ 'ਚ ਆਏਗਾ, ਹੁਣ ਤੂੰ ਸਾਡੇ ਨਾਲ ਹੀ ਰਹੇਗਾ। ਤੋ ਇਸ ਕਰਕੇ ਉਹ ਸਾਧ ਫਿਰ ਪਖੰਡੀ ਇਸ ਤਰ੍ਹਾਂ ਹੀ ਮਰਿਆ ਸੀ, ਮਰ ਕੇ ਭਾਈ ਨਰਕਾਂ ਨੂੰ ਚਲੇ ਗਿਆ। ਇਹ ਫਿਰ ਜਿਹੜੀ ਪੂਜਾ ਕਰਾਉਂਦਾ ਸੀ ਲੋਕਾਂ ਤੋਂ, ਖੁਆਰ ਕਰਨ ਵਾਲੀ ਹੋ ਗਈ ਨਾ, ਸੱਭਾ ਪੂਜ ਖੁਆਰ। ਇਸ ਤਰ੍ਹਾਂ ਇੱਕ ਭਾਈ ਕਿਸ਼ਨ ਸਿੰਘ ਸੀ ਬੁੱਲੇਵਾਲ ਦਾ, ਇੱਕ ਗ੍ਰੰਥੀ ਸੀ ਰਣਜੀਤ ਸਿੰਘ, ਇਹ ਵੀ ਲੱਗੇ ਜਖਣੀ ਸਿੱਧ ਕਰਨ। ਕਿਤੇ ਰੀਸ ਆ ਗਈ ਉਹਨਾਂ ਨੂੰ ਵੀ, ਖੂਹ ਦੇ ਵਿੱਚ ਲੱਤਾਂ ਲਮਕਾ ਕੇ ਬਹਿ ਜਾ ਕਰਨ। ਉਹ ਜਾਪ ਕਰਦੇ ਕਰਦੇ, ਉਹ ਜਿਸ ਵੇਲੇ, ਕਿਉਂਕਿ ਉਦੋਂ ਪਹਿਲਾਂ ਭੈ ਦਿੰਦੀਆਂ ਨੇ ਚੀਜ਼ਾਂ, ਉਹਨਾਂ ਨੂੰ ਐਂ ਪ੍ਰਤੀਤ ਹੋਇਆ ਵੀ ਖੂਹ ਉਛੜ ਕੇ ਲੱਗਿਆ ਸਾਨੂੰ ਡੋਬਣ, ਤੇ ਇਹ ਉੱਥੋਂ ਨੱਠੇ। ਇਹ ਆਪਣੇ ਵੱਡੇ ਜਥੇ ਦੇ ਵੇਲੇ ਦੀ ਗੱਲ ਹੈ। ਉਹ ਜਦੋਂ ਨੱਠੇ ਤਾਂ ਮੂਹਰਿਓਂ ਫਿਰ ਇੱਕ ਅੱਗ ਰੂਪ ਧਾਰਨ ਕਰਕੇ ਇਹ ਆਤਮਾ, ਤੇ ਉਹਦੇ ਵਿੱਚ ਫਿਰ ਇਹਨਾਂ ਦਾ ਇੰਨਾ ਬੁਰਾ ਹਾਲ ਹੋਇਆ, ਇੱਕ ਤਾਂ ਨੱਠ ਕੇ ਜਥੇ ਦੇ ਵਿੱਚ ਉਧਰ ਨੂੰ ਚਲਿਆ ਕਿ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਸਭਾ ਪੂਜ ਖੁਆਰ। ਤੇ ਉਹ ਕਿਸ਼ਨ ਸਿੰਘ ਉਧਰ ਜਥੇ 'ਚ ਆ ਵੜਿਆ, ਰਣਜੀਤ ਸਿੰਘ ਗ੍ਰੰਥੀ ਸੀ ਜਿਹੜਾ, ਉਹ ਬੇਹੋਸ਼ ਹੀ ਹੋ ਗਿਆ ਸੀ। ਇਸ ਕਰਕੇ ਇਹ ਖੁਆਰ ਕਰਨ ਵਾਲੀਆਂ ਪੂਜਨ ਮਹਾਰਾਜ ਨੇ ਕਿਉਂ ਸਿੱਖਾਂ ਨੂੰ ਪਤਾ ਨਹੀਂ ਕਿਵੇਂ ਚਾਅ ਆ ਗਿਆ ਉਹਨਾਂ ਨੂੰ, ਹਾਲਾਂਕਿ ਅੰਮ੍ਰਿਤਧਾਰੀ ਸਿੰਘ ਸੀ। ਇਸ ਤਰ੍ਹਾਂ ਖੱਜਲ ਖੁਆਰ ਹੋਣਾ ਪਿਆ ਹੈ। ਜਿਨ ਕੋ ਸਤਿਗੁਰ ਥਾਪਿਆ, ਜਿਨ੍ਹਾਂ ਨੂੰ ਸਤਿਗੁਰੂ ਨੇ ਥਾਪਿਆ ਕੀ ਸਥਾਪਨ ਕਰ ਦਿੱਤਾ ਹੈ, ਭਾਵ ਕੀ ਹੈ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ, ਤੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਵਡਿਆਈਆਂ ਦੇ ਦਿੱਤੀਆਂ ਨਾਮ ਜਪਣ ਦੀਆਂ। ਤੇ ਉਹਨਾਂ ਨੂੰ ਜਿਹੜੇ ਐਸੇ ਹਨ ਜੇ ਤਿਨ ਮੇਟ ਨਾ ਸਕੈ ਕੋਇ, ਫਿਰ ਤਿੰਨ ਉਹਨਾਂ ਦੀ ਵਡਿਆਈ ਨੂੰ ਕੋਈ ਵੀ ਮੇਟ ਨਹੀਂ ਸਕਦਾ। ਇਹ ਨਾਮ ਦੀ ਸੱਚੀ ਵਡਿਆਈ ਹੈ, ਜਿਹੜੀ ਨਾਮ ਜਪ ਕੇ ਸਤਕਾਰ ਹੋਊਗਾ, ਇਹਨੂੰ ਨਹੀਂ ਕੋਈ ਮੇਟ ਸਕਦਾ। ਇਹ ਤਾਂ ਫੜ ਕੇ ਜਿਹੜੇ 'ਚ ਕੋਈ ਦੇ ਦੇਵੇ ਉੱਥੇ ਵੀ ਸਤਕਾਰ ਹੋਣ ਲੱਗ ਜੂ। ਆਪਣੇ ਗਮਾਂਡ ਦੀ ਗੱਲ ਹੈ, ਸੰਗਤ ਪਰਾ ਕੋਈ ਦੂਰ ਨਹੀਂ ਹੈ। ਇੱਥੇ ਦਾ ਸੋਢੀ ਸਾਹਿਬ ਹੁੰਦੇ ਸੀ, ਤੇ ਮਹਾਰਾਜਾ ਭੁਪਿੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਪਾ ਦਿੱਤੇ। ਆ ਜੇਲ੍ਹ ਜਿਹੜਾ ਪਟਿਆਲੇ ਗੁਰਦੁਆਰਾ ਬਣਿਆ ਉਸ ਮਹਾਂਪੁਰਸ਼ ਦਾ ਬਣਾਇਆ ਹੈ, ਰਾਜੇ ਤੋਂ ਵੀ ਡੰਡੌਤਾਂ ਕਰਾ ਦਿੱਤੀਆਂ, ਚੱਕੀਆਂ ਆਪਣੇ ਆਪ ਚੱਲੀਆਂ ਸੀ ਸੋਢੀ ਸਾਹਿਬ ਦੀਆਂ। ਸੋ ਇਸ ਕਰਕੇ ਫਿਰ ਉਹ ਜਿੱਥੇ ਵੀ ਚਲੇ ਜਾਣ ਉਹਨਾਂ ਦੀ ਪੂਜਾ, ਉਹਨਾਂ ਦਾ ਸਤਿਕਾਰ ਅਸਲੀ ਹੈ। ਜਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵ, ਉਹਨਾਂ ਦੀ ਪੂਜਾ ਹੁੰਦੀ ਹੈ। ਉਹਨਾਂ ਅੰਦਰ ਨਾਮ ਨਿਧਾਨ ਹੈ, ਕਿਉਂਕਿ ਉਹਨਾਂ ਦੇ ਅੰਦਰ ਨਾਮ ਦਾ ਨਿਧਾਨ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਦਾ ਨਾਮ। ਬਿਨ ਧਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ। ਉਹਨਾਂ ਦਾ ਮਨ, ਜਿਹੜੇ ਮਨ ਦੇ ਵਿੱਚ ਤਿਥੇ ਸੀਤੋ ਸੀਤਾ ਮਹਿਮਾ ਮਾਹੇ, ਉਹਨਾਂ ਨਾਮ ਸਵਾਸਾਂ ਦੇ ਧਾਗੇ ਵਿੱਚ ਪਰੋਇਆ ਗਿਆ ਹੈ। ਨਾਮ ਪ੍ਰਗਟ ਹੋਏ, ਉਹ ਨਾਮ ਕਰਕੇ ਪ੍ਰਗਟ ਨਾਮ ਪ੍ਰਸਿੱਧ ਹੋਣ ਦਾ, ਉਹ ਨਾਮ ਕਰਕੇ ਜੈ ਜੈਕਾਰ ਹੁੰਦੀ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਉਹ ਪਰਮੇਸ਼ਰ ਦੀ ਭਗਤੀ ਕਰਕੇ 8 ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ
ਮੈਂ ਛਪਿਓ ਛਪਦਾ ਨਹੀਂ ਹੈ। ਇਹ ਸੱਚੀ ਵਡਿਆਈ ਹੈ। ਨਾ ਪੂਜੀਐ ਨਾ ਮੰਨੀਐ। ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ, ਉਹ ਪਰਮੇਸ਼ਰ ਦਾ ਨਾਮ ਜਿਹੜਾ ਨਾਮ ਹੈ, ਉਹਨੂੰ ਸਰੀਰ ਕਰਕੇ ਪੂਜਾ ਕਰੀਏ ਤੇ ਪੂਜਦੇ ਰਹੀਏ। ਨਾਮ ਨੂੰ ਮਨ ਕਰਕੇ ਮੰਨੀਏ, ਮੰਨਣ ਕਰੀਏ। ਤੇ ਉਹਨਾਂ ਦੀ ਫਿਰ ਇਸ ਪ੍ਰਕਾਰ ਦੱਸਦੇ ਹਨ ਜੇ ਅਖੰਡ ਸਦਾ ਸੱਚ ਸੋਏ। ਸੋਏ ਉਹਨਾਂ ਦੀ ਜਿਹੜੀ ਕੱਟਣ ਅਖੰਡ ਨਾਮ ਹੈ, ਜੇ ਕੱਟੀ ਨਾ ਜਾਵੇ, ਕੱਟਣ ਤੋਂ ਰਹਿ ਸਦੀਵ ਸੱਚ ਸਰੂਪ ਦੀ ਉਹਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਕੱਟਿਆ ਨਾ ਜਾਵੇ, ਜਿਹੜਾ ਦੂਰ ਨਾ ਹੋਵੇ। ਆ ਪਦਾਰਥ ਤਾਂ ਕੱਟੇ ਜਾਣੇ ਨੇ, ਜਿਉਂਦੇ ਜਿਉਂਦੇ ਜਾਂ ਪਦਾਰਥ ਨਹੀਂ ਰਹਿਣਗੇ ਜਾਂ ਪਦਾਰਥ ਹੋਣਗੇ, ਸਾਡਾ ਸਰੀਰ ਖਤਮ ਹੋ ਜਾਊਗਾ। ਇਹਨਾਂ 'ਚ ਤਾਂ ਇੱਕੋ ਹੀ ਰਹੂਗਾ, ਸਦਾ ਨਹੀਂ ਰਹਿੰਦੇ ਇਹ, ਥੋੜੇ ਸਮੇਂ ਵਾਸਤੇ। ਇਹ ਨਿਸ਼ਚਾ ਕਰਨਾ ਚਾਹੀਦਾ। ਧੰਨ ਗੁਰੂ ਨਾਨਕ ਸਾਹਿਬ ਕਿਹੋ ਜੀ ਅੰਮ੍ਰਿਤ ਰੂਪ ਸਿੱਖਿਆ ਮਹਾਰਾਜ ਸਾਹਿਬ ਜੀ ਦਿੰਦੇ ਆ। ਕਹਿੰਦੇ ਇਹ ਸਦੀਵ ਨਹੀਂ ਹੈ। ਅਥਵਾ ਸੋਏ ਤਤਪਦ ਦਾ ਜਿਹੜਾ ਲੱਖ ਅਰਥ ਰੂਪ ਜਨਾਉਣ ਵਾਲਾ ਸਦੀਵ ਸੱਚ ਹੈ, ਉਹ ਨਾਮ ਹੀ ਹੈ। ਤੇ ਜਾਂ ਤਤਪਦ ਹੈ ਅਖੰਡਾਕਾਰ ਕਰਨ ਵਾਲਾ ਬਿਰਤੀ ਨੂੰ, ਸਦਾ ਹੀ ਅਖੰਡ ਸਰੂਪ ਸੱਚੀ ਸੋਏ ਸੋਭਾ ਵਿੱਚ ਜੁੜੇ ਰਹਿੰਦੇ ਨੇ ਉਹ ਸਤਿਪੁਰਸ਼। ਉਹਨਾਂ ਦਾ ਨਿਸ਼ਚੈ ਹੈ ਕਿ ਨਾਮ ਕਰਕੇ ਹੀ ਪੂਜਾ ਹੁੰਦੀ ਹੈ ਵੀ ਸਚਾਈ। ਇਹ ਨਾਮ ਕਰਕੇ ਹੀ ਲੋਕ ਪਰਲੋਕ ਵਿੱਚ ਮੰਨੇ ਜਾਈਦਾ ਹੈ। ਜੋ ਸਾਡਾ ਮਨ ਰੂਪੀ ਲੋਹਾ ਬਾਸ਼ਨਾ ਵਿੱਚ ਟੁਕੜੇ ਟੁਕੜੇ ਹੋਇਆ ਪਿਆ ਨਾ, ਮੋਹ ਰੂਪੀ ਰੇਤੇ ਦੇ ਵਿੱਚ ਮਿਲਿਆ ਹੋਇਆ ਹੈ। ਜਿਵੇਂ ਲੋਹੇ ਨੂੰ ਰੇਤ ਕੇ ਕੋਈ ਚੰਗਾ ਬਰੀਕ ਕਰਕੇ ਰੇਤੇ ਵਰਗਾ ਰੇਤੇ 'ਚ ਖੰਡਾ ਦੇਵੇ, ਉਹ ਫਿਰ ਇਕੱਠਾ ਨਹੀਂ ਹੁੰਦਾ ਬਿਨਾਂ ਯਤਨ ਤੋਂ। ਚੁੰਬਕ ਦੇ ਨਾਲ ਇਕੱਠਾ ਹੁੰਦਾ ਹੈ, ਮੈਗਨੇਟ ਦੇ ਨਾਲ ਇਕੱਠਾ ਹੋ ਜਾਊਗਾ। ਰੇਤਾ ਚਿੰਬੜਦਾ ਨਹੀਂ ਚੁੰਬਕ ਨੂੰ, ਤੇ ਜਿਹੜਾ ਲੋਹਾ ਹੈ ਉਹ ਚਿੰਬੜ ਜਾਂਦਾ ਹੈ। ਇਹ ਮਨ ਰੂਪੀ ਲੋਹਾ ਬਾਸ਼ਨਾ ਰੂਪੀ ਟੁਕੜੇ ਟੁਕੜੇ ਹੋ ਕੇ ਮਾਇਆ ਦੇ ਮੋਹ ਵਿੱਚ ਰੇਤਿਆ ਗਿਆ ਇਹ, ਤੇ ਉਸ ਨੂੰ ਚੁੰਬਕ ਪੱਥਰ ਦੀ ਨਿਆਈ, ਗੁਰੂ ਦਾ ਸ਼ਬਦ ਹੈ ਜਿਹੜਾ ਚੁੰਬਕ ਦੀ ਨਿਆਈ ਹੈ, ਇਹ ਇਕੱਠਾ ਕਰਦਾ ਨਾਮ। ਇਸ ਕਰਕੇ ਅਖੰਡ ਤਤਬੋਧ ਰੂਪ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦਾ ਨਾਮ ਅਖੰਡ ਕੱਟਣ ਤੋਂ ਰਹਿਤ ਸਦਾ ਹਮੇਸ਼ਾ ਸਤ ਸਰੂਪ ਹੈ। ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਜੈ। ਅਖੰਡ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਤ੍ਰੈ ਕਾਲ ਆਵਾਦ ਰੂਪ ਹੈ। ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਤੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਸਮੇਂ ਦੀ ਵੰਡ ਦੇ ਵਿੱਚ ਨਹੀਂ ਪਾਉਂਦਾ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਤੇ ਐਸਾ ਸੋਏ ਉਹ ਪਰਮੇਸ਼ਰ ਗੁਰਮੁਖਾਂ ਦੇ ਹਿਰਦੇ 'ਚ ਬਸਿਆ। ਲੋਕ ਪਰਲੋਕ 'ਚ ਫਿਰ ਉਹ ਪੂਜੇ ਜਾਂਦੇ ਨੇ, ਗੁਰਮੁਖ ਮੰਨੇ ਜਾਂਦੇ ਨੇ। ਜਿਵੇਂ ਕਾਂਸੀ ਦੇ ਅੰਦਰ ਨਾ ਇੱਕ ਜਮਾਂਦਾਰ ਰਹਿੰਦਾ ਸੀ, ਉਹ ਬਹੁਤ ਗਰੀਬ ਸੀ, ਨਾਲੀਆਂ ਨੂਲੀਆਂ ਸਾਫ਼ ਕਰਦਾ ਜਾਂ ਫਿਰ ਘਾਹ ਖੋਚ ਕੇ ਆਪਣੇ ਪਸ਼ੂਆਂ ਨੂੰ ਗੁਜ਼ਾਰਾ, ਇਸ ਤਰ੍ਹਾਂ ਦਾ ਗਰੀਬੀ ਬਹੁਤ ਹੀ ਸੀ। ਹੁਣ ਵੀ ਹੈ, ਬਹੁਤ ਸਾਰੇ ਮਨੁੱਖ ਹਨ। ਤੇ ਉਹ ਕਿਤੇ ਐਸਾ ਉਹਦਾ ਕਰਮ ਜਾ ਗਿਆ, ਮੋਹਰਾਂ ਦੀ ਗਾਗਰ ਲੱਭ ਗਈ ਕਿਤੇ ਉਹਨੂੰ, ਮਜ਼ਬੀ ਜਮਾਂਦਾਰ ਨੂੰ। ਹੁਣ ਮੋਹਰਾਂ ਦੀ ਗਾਗਰ ਉਸ ਵੇਲੇ ਲੱਭਣੀ, ਉਹਨੇ ਬਹੁਤ ਵਧੀਆ ਆਪਣਾ ਮਕਾਨ ਬਣਾ ਲਿਆ, ਹਵੇਲੀ ਬਣਾ ਲਈ, 2-3 ਮੰਜ਼ਲਾਂ। ਤੇ ਕਾਂਸੀ ਦੇ ਜਿਹੜੇ ਮੰਨੇ ਹੋਏ ਅਮੀਰ ਸੀ, ਹੁਣ ਉਹ ਵੀ ਦੇਖਣ ਵੀ ਇਹ ਦਿਨਾਂ ਦੇ 'ਚ ਅਮੀਰ ਹੋ ਗਿਆ। ਜਾਣ ਵਾਸਤੇ ਬੱਗੀ ਲੈ ਲਈ, ਘੋੜੇ ਜਾਇਆ ਮੂਹਰੇ ਸਾਰਥੀ ਰੱਖਿਆ ਹੋਇਆ, ਤੇ ਉਹਦੇ 'ਚ ਬੈਠਾ ਜਾਇਆ ਕਰੇ ਜੇ ਕਾਂਸੀ 'ਚ। ਲੋਕ ਨਾ ਫਿਰ ਉਹਨੂੰ ਸਲਾਮਾਂ ਕਰਿਆ ਕਰਨ, ਤੇ ਉਹ ਜਦੋਂ ਵੀ ਕੋਈ ਕਹੇ ਜੀ ਨਮਸਕਾਰ, ਕਹਿੰਦਾ ਕਹਿ ਦਿਆਂਗੇ। ਕਹਿੰਦੇ ਵੀ ਬੜਾ ਦਿਮਾਗ ਖਰਾਬ ਹੋਇਆ ਮਜ਼ਹਬੀ ਦਾ, ਕਹਿ ਦਿਆਂਗੇ ਇਹ ਕੀ ਬੋਲੀ। ਜਿਹੜਾ ਕਹੇ ਮੱਥਾ ਟੇਕਦਾ ਜੀ ਕਹਿ ਦਿਆਂਗੇ, ਜੋ ਕੋਈ ਮੁਸਲਮਾਨ ਕਹੇ ਸਲਾਮ ਕਹਿੰਦਾ ਕਹਿ ਦਿਆਂਗੇ। ਇੱਕ ਦਿਨ ਗੁਰਮੁਖ ਕਹਿੰਦੇ ਇਕੱਠੇ ਹੋ ਕੇ, ਕਹਿੰਦੇ ਵੀ ਗੱਲ ਸੁਣ, ਵੀ ਅਸੀਂ ਤੈਨੂੰ ਨਮਸਕਾਰ ਕਹਿੰਦੇ, ਤੂੰ ਕਹਿੰਦਾ ਕਹਿ ਦਿਆਂਗੇ, ਇਹਦਾ ਕੀ ਮਤਲਬ ਹੈ? ਉਹ ਕਹਿੰਦਾ ਭਾਈ ਗੱਲ ਇਉਂ ਹੈ, ਮੈਂ ਤਾਂ ਉਹੀ ਭੰਗੀ ਆ ਨਾਲੀਆਂ ਸਾਫ਼ ਕਰਨ ਵਾਲਾ। ਕਹਿੰਦਾ ਇਹ ਜਿਹੜੇ ਤੁਸੀਂ ਮੈਨੂੰ ਮੱਥਾ ਟੇਕਦੇ ਹੋ, ਇਹ ਮਾਇਆ ਦਾ ਪ੍ਰਤਾਪ ਹੈ। ਕਹਿੰਦਾ ਮੈਂ ਤਾਂ ਕਹਿੰਦਾ ਵੀ ਕਹਿ ਦਿਆਂਗੇ ਮਾਇਆ ਨੂੰ ਵੀ ਤੈਨੂੰ ਵੀ ਮੱਥਾ ਟੇਕ ਰਿਹਾ ਹੈ। ਤੋ ਇਸ ਕਰਕੇ ਜਿਹੜਾ ਪਰਮੇਸ਼ਰ ਦਾ ਜਿਹੜਾ ਸਾਧ ਸੰਗਤ ਜੀ ਇਹ ਪ੍ਰਤਾਪ ਹੈ, ਜਿਵੇਂ ਉਹ ਭੰਗੀ ਦੀ ਜੈਜਾਕਾਰ ਜਿਹੜੀ ਆ ਉਹ ਮਾਇਆ ਕਰਕੇ ਹੋ ਗਈ। ਸਤਿਪੁਰਸ਼ਾਂ ਦਾ ਜੇ ਕੋਈ ਸਤਿਕਾਰ ਕਰਦਾ ਹੈ, ਉਹ ਕਹਿੰਦੇ ਨੇ ਵੀ ਇਹ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਉਹ ਕਹਿੰਦੇ ਨੇ ਵਡਿਆਈ ਸਾਡੀ ਨਹੀਂ ਹੈ। ਜਿਵੇਂ ਭੰਗੀ ਕਹਿੰਦਾ ਸੀ ਨਾ ਕਹਿ ਦਿਆਂਗੇ ਇਹ ਵਡਿਆਈ ਮਾਇਆ ਦੀ ਹੈ, ਗੁਰਮੁਖ ਕਹਿੰਦੇ ਨੇ ਇਹ ਵਡਿਆਈ ਵਾਹਿਗੁਰੂ ਦੀ ਹੈ, ਸਚਾਈ ਹੈ ਇਹਦੇ ਵਿੱਚ। ਤੋ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਨਾਮ ਦੀ ਮਹਿਮਾ ਹੈ, ਉਹ ਪ੍ਰਭੂ ਕਰਕੇ ਪੂਜੇ ਜਾਂਦੇ, ਨਾਮ ਕਰਕੇ। ਵਡਿਆਈ ਵੀ ਉਸੇ ਦੀ ਹੈ।
ਇਹ ਗੱਲ ਨੂੰ ਸਮਝ ਕੇ ਹੰਕਾਰ ਨਹੀਂ ਫਿਰ ਕਰਦੇ। ਅੱਗੇ ਹੁਣ ਮਨਮੁਖਾਂ ਦੀ ਅਵਸਥਾ ਜਿਹੜੀ ਹੈ ਉਹ ਗੁਰਮੁਖਾਂ ਦੀ ਅਵਸਥਾ ਕਹਿ ਕੇ ਫਿਰ ਅੱਗੇ ਹੋਰ ਇਸ ਨੂੰ ਖੋਲ੍ਹਦੇ ਪਿੱਛੇ ਕੁਝ ਰਲਮੀ ਤੇ ਕੁਝ ਨਿਰੋਲ ਗੁਰਮੁਖਾਂ ਦੀ ਅਵਸਥਾ ਸੀ। ਹੁਣ ਨਿਰੋਲ ਹੀ ਅੱਗੇ ਮਨਮੁਖਾਂ ਦੀ ਵਿਵਸਥਾ ਆ ਰਹੀ ਹੈ। ਇਹੋ ਕਹਿ ਲਾਈਐ ਜਿਹੜੇ ਮਨਮੁਖ ਨੇ ਭਾਈ, ਖੇਹ ਨਾਮ ਮਿੱਟੀ ਦਾ ਹੁੰਦਾ ਹੈ। ਇਹ ਸਰੀਰ 5 ਤੱਤਾਂ ਦਾ ਬਣਿਆ, ਖੇਹ ਦਾ ਹੀ ਬਣਿਆ ਹੋਇਆ। ਇਹ ਜਦੋਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਖੇਹ ਮਿੱਟੀ 'ਚ ਰਲਾ ਦਿੰਦਾ ਇਹਨੂੰ, ਤਾਂ ਫਿਰ ਇਹ ਜਿਹੜਾ ਜੀਵ ਆਤਮਾ ਹੈ ਤਾਂ ਜੀਉ ਕਿਹਾ ਹੋਏ। ਜੀਉ ਜੀਵ ਦਾ ਹਾਲ ਕਿਹਾ ਕਿਹੋ ਜਿਹਾ ਹੁੰਦਾ ਹੈ? ਭਾਵ ਮਨਮੁਖਾਂ ਦੇ ਜੀਵ ਦਾ ਪਤਾ ਨਹੀਂ ਕਰਮਾਂ ਅਨੁਸਾਰ ਕਿਹੋ ਜਿਹੀ ਹਾਲਤ ਹੋਵੇਗੀ। ਭਾਵ ਕੀ ਹੈ ਕਿ ਬੁਰੀ ਹਾਲਤ ਹੋਊਗੀ ਫਿਰ, ਕਿਉਂਕਿ ਨਾਮ ਨਹੀਂ ਜਪਿਆ ਹੈ। ਜਲੀਆਂ ਸਭ ਸਿਆਣਪਾਂ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੀਆਂ ਸਭ ਸਾਰੀਆਂ ਸਿਆਣਪਾਂ ਜਲ ਗਈਆਂ, ਇੱਥੇ ਕਹਿੰਦੇ ਸੜ ਕੇ ਸੁਆਹ ਹੋ ਗਈਆਂ। ਉਹਨਾਂ ਦੀਆਂ ਸਭ ਸਾਰੀਆਂ ਸ਼ਾਸਤਰਾਂ ਦੀਆਂ, ਬੁੱਧੀ ਦੀਆਂ ਸਿਆਣਪਾਂ ਚਤਰਾਈਆਂ, ਉਹ ਸਾਰੀਆਂ ਹੀ ਜਲੀਆਂ ਕਿ ਸੜ ਕੇ ਸੁਆਹ ਹੋ ਗਈਆਂ ਹਨ। ਉੱਠੀ ਚੱਲਿਆ ਰੋਏ। ਕਿਉਂ ਫਿਰ ਅੰਤ ਨੂੰ ਰੋ ਕੇ ਜਾਊਗਾ, ਉੱਠ ਕੇ ਪਰਲੋਕ ਨੂੰ ਚਲਿਆ ਜਾਏਗਾ। ਨਿਰਾਸ਼ ਜਾ ਹੋ ਕੇ ਵੀ ਕੁਛ ਨਹੀਂ ਜੀ, ਸਾਰਾ ਮਨੁੱਖਾ ਸਰੀਰ ਮਿਲਿਆ ਸੀ, ਪਸ਼ੂਆਂ ਪੰਛੀਆਂ ਸਾਰਿਆਂ ਦੀ ਸਰਦਾਰੀ ਸੀ ਮੇਰੇ ਕੋਲ, ਉਹ ਪਰਿਵਾਰ ਦੇ ਲੇਖੇ ਲਾ ਕੇ ਚੱਲੇ ਆ, ਵਿਸ਼ੇ ਵਿਕਾਰ ਭੋਗ ਕੇ ਚੱਲੇ ਆ। ਇਹ ਫਿਰ ਜਾਣ ਲੱਗਿਆ ਦੁਖੀਆ ਚੱਲਿਆ ਰੋਏ, ਮਰਨ ਵੇਲੇ ਰੋਂਦਾ ਫਿਰ। ਤੇ ਇਸ ਕਰਕੇ ਬਹੁਤ ਬੁਰੀ ਹਾਲਤ ਹੁੰਦੀ ਹੈ। ਇੱਕ ਉਹ ਗੁਰਮੁਖ ਆ ਪਟਿਆਲੇ ਜ਼ਿਲ੍ਹੇ 'ਚ ਮਰਨ ਲੱਗਿਆ, ਆਪਣੇ ਪੁੱਤ ਨੂੰ ਕਹੇ ਮੈਨੂੰ ਗੋਦੀ 'ਚ ਪਾ ਲੈ। ਸਿਆਣਾ ਆਪਣਾ ਪੁੱਤ ਨੂੰ ਆਪਣੇ ਨੂੰ ਕਹੇ, ਕਹਿੰਦਾ ਮੈਨੂੰ ਮੌਤ ਹੋ ਗਈ, ਮੈਨੂੰ ਡਰ ਬਹੁਤ ਲੱਗਦਾ। ਤੇ ਫਿਰ ਅੰਤ ਨੂੰ ਉਹ ਰੋਂਦਾ ਰੋਂਦਾ ਹੀ ਪ੍ਰਾਣ ਉਹਦੇ ਉਹ ਦੱਸੇ, ਕਹਿੰਦਾ ਜੀ ਮੇਰੀ ਬਸ ਬੁੱਕਲ ਦੇ ਵਿੱਚ ਪਿਤਾ ਜੀ ਨੇ ਸਰੀਰ ਤਿਆਗ ਦਿੱਤਾ। ਇਉਂ ਰੋਂਦੇ ਆ ਸਾਰੇ। ਤੇ ਇੱਕ ਉਧਰ ਕਰਨਾਲ ਦੇ ਕੋਲ ਸੀ ਪੁਰਾਣੀ ਚੱਲੇਗਾ, ਉਹਦਾ ਪੁੱਤ ਦੱਸੇ, ਕਹਿੰਦਾ ਜੀ ਬਾਪੂ ਰੋਂਦਾ ਰੋਂਦਾ ਕਹਿੰਦਾ ਵੀ ਮੇਰਾ ਮਰਨ ਨੂੰ ਜੀ ਨਹੀਂ ਕਰਦਾ, ਪਰ ਕਹਿੰਦਾ ਹੁਣ ਮੈਂ ਕਰਾਂ ਕੀ, ਕਹਿੰਦਾ ਵੀ ਹੁਣ ਮਜਬੂਰੀ ਹੈ ਮਰਨਾ। ਆਹ ਹਾਲਤ ਹੁੰਦੀ ਹੈ ਸਾਰਿਆਂ ਦੀ। ਇਸ ਕਰਕੇ ਭਾਈ ਜਿੰਨਾ ਨਾਮ ਜਪ ਹੁੰਦਾ ਸੇਵਾ ਕਰਨ ਦੀ ਕਰ ਲੋ, ਨਹੀਂ ਤਾਂ ਬੁਰਾ ਹਾਲ ਹੋਊਗਾ। ਇਹ ਗੁਰੂ ਨਾਨਕ ਸਾਹਿਬ ਦੱਸਦੇ ਹਨ। ਨਾਨਕ ਨਾਮ ਵਿਸਾਰਿਆ। ਸਤਿਗੁਰੂ ਜੀ ਕਥਨ ਕਰਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ ਹੈ, ਵਿਸਾਰ ਦਾ ਮਤਲਬ ਕੀ ਹੈ? ਭੁਲਾ ਦਿੱਤਾ ਹੈ। ਉਹਨਾਂ ਦਰਗਾਹਾਂ ਦੇ ਵਿੱਚ ਜਾ ਕੇ ਕੀ ਹਾਲ ਹੋਏਗਾ ਦੱਸਦੇ ਨੇ। ਦਰ ਗਿਆ ਕਿਆ ਹੋਏ, ਕਿਆ ਹੋਏ, ਕਿਆ ਹਾਲ ਹੋਏਗਾ? ਭਾਵ ਬੁਰਾ ਹਾਲ ਹੋ ਜਾਏਗਾ। ਉੱਥੇ ਨਹੀਂ ਕਿਸੇ ਨੇ ਪੁੱਛਣਾ। ਆਤਮ ਪ੍ਰਾਣ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਸਰੀਰ ਛੁੱਟਦਾ ਹੈ ਉਸ ਵੇਲੇ ਮਨ ਜੜਤਾ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰਮੁਖੋ, ਜਿਵੇਂ ਜ਼ਖਮ ਦੇ ਵਿੱਚੋਂ ਕੀੜਾ ਪਏ ਹੋ ਨਾ, ਜ਼ਖਮ ਚੋਂ ਕੀੜਾ ਬਾਹਰ ਡਿੱਗ ਕੇ ਨਾ ਬੇਹੋਸ਼ ਜਾ ਹੋ ਜਾਂਦਾ ਹੈ, ਜੜ ਹੋ ਜਾਂਦਾ ਹੈ। ਇਸੇ ਪ੍ਰਕਾਰ 4 ਘੜੀਆਂ ਦੇ ਲਈ ਜਿਹੜੇ ਨਿਰੇ ਪੁੰਨੀ ਨੂੰ ਉਹ ਵੀ ਜੜਤਾ ਨੂੰ ਪ੍ਰਾਪਤ ਹੋ ਜਾਂਦੇ ਨੇ। ਜਦੋਂ ਮੂਰਛਾ ਟੁੱਟਦੀ ਹੈ ਉਸ ਵੇਲੇ ਫਿਰ ਵਾਸ਼ਨਾ ਫੁਰਾਉਂਦੀ ਹੈ। ਜਿਹੜੀ ਵਾਸ਼ਨਾ ਮਤ ਲਾਗੋ ਜਦ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਉਹਦੇ ਅਨੁਸਾਰ ਜੂਨਾ ਚਲਿਆ ਜਾਂਦਾ ਹੈ। ਤੋ ਇਸ ਕਰਕੇ ਫਿਰ ਪ੍ਰਭੂ ਵੱਲੋਂ ਫਿਰ ਉਸ ਪਾਸੇ ਤੋਰਿਆ ਜਾਂਦਾ ਹੈ। ਇਹ ਸਾਰੀਆਂ ਜਿਹੜੀਆਂ ਸਿਆਣਪਾਂ ਸੇ ਸਾਧ ਸੰਗਤ ਜੀ। ਤੇ ਦਰ ਗਿਆ ਕਿਆ ਹੋਏ, ਕਿਆ ਹਾਲ ਹੋਏਗਾ ਉਸ ਵੇਲੇ? ਭਾਵ ਬੁਰਾ ਹਾਲ ਹੋਏਗਾ। ਨੰਗਾ ਦੋਜਕ ਚੱਲਿਆ, ਦਰਗਾਹ ਵਿੱਚ ਨੰਗਾ ਜਾਂਦਾ ਹੈ ਤਾਂ ਦਿਸੈ ਖਰਾ ਡਰਾਵਣਾ। ਉੱਥੇ ਫਿਰ ਕੀ ਨਾ ਕਰ ਔਗਣ ਪਛੋਤਾਵਣਾ ਦੀ ਹਾਲਤ ਹੋਊਗੀ। ਦਰਗਾਹ 'ਚ ਉਹਨਾਂ ਦਾ ਬੁਰਾ ਹਾਲਤ ਹੁੰਦਾ ਹੈ। ਤੇ ਇਸ ਕਰਕੇ ਕਮਾਦੇ ਅਰ ਕਾਮਦੇ ਕੁੰਨੇ ਕੋ ਲਿਆ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾ ਤਿਨਾ ਹਾਂ, ਇਹ ਸਜ਼ਾ ਉਹਨਾਂ ਨੂੰ ਮਿਲਦੀਆਂ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਅੱਗੇ ਸ੍ਰੀ ਰਾਗ ਦਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਆ। ਇਹ ਕਰਤਾਰਪੁਰ ਸਾਹਿਬ ਬੈਠੇ ਨਿਵਾਸ ਰੱਖ ਰਹੇ ਸੀ ਮਹਾਰਾਜ। ਦੋਵੇਂ ਸਮੇਂ ਦੀਵਾਨ ਸਜਦਾ ਸੀ। ਉੱਥੇ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਜਿੱਥੇ ਬੇਅੰਤ ਸੰਗਤਾਂ ਆਉਂਦੀਆਂ, ਬਖਸ਼ਾਂ ਲੈਂਦੀਆਂ, ਉੱਥੇ ਇੱਕ ਵਾਰੀ ਇੱਕ ਹੋਰ ਹੀ ਭੇਖ ਚੱਲਿਆ ਸੀ। ਬੀਬੀਆਂ ਵਾਲੇ ਕੱਪੜੇ ਪਾ ਕੇ ਰੱਖਦੇ ਆ, ਗੁੱਤਾਂ ਪਿੱਛੇ ਨੂੰ ਕਰ ਲੈਂਦੇ ਆ, ਸੋਹਣੇ ਸੋਹਣੇ ਕੱਪੜੇ ਪਾਏ ਆ, ਹਾਰ ਸ਼ਿੰਗਾਰ ਕੀਤੇ ਆ ਕਿ ਅਸੀਂ ਰੱਬ ਦੀਆਂ ਤੀਵੀਆਂ। ਇਹੋ ਜਿਹਾ ਟੋਲਾ ਆ ਗਿਆ ਮਹਾਰਾਜ ਦੇ ਕੋਲ ਉੱਥੇ ਕਰਤਾਰਪੁਰ ਸਾਹਿਬ। ਤੇ ਉਹ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੀਆਂ, ਸੱਚੇ ਇਸਤਰੀ ਰੂਪ ਦੇ ਵਿੱਚ ਹੈ ਤਾਂ ਬੰਦੇ ਸੀ ਉਹ। ਬੇਨਤੀ ਕੀਤੀ, ਮਹਾਰਾਜ ਸਾਡੇ 100 ਪਤੀ ਦੀ ਗੱਲ ਸੁਣਾਓ, ਸਾਨੂੰ ਕਿਰਪਾ ਕਰੋ, ਸਾਨੂੰ 100 ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਸਾਡਾ ਮਾਲਕ ਹੈ, ਉਹਦੀ ਪ੍ਰਾਪਤੀ ਵਾਸਤੇ ਸੁਹਾਗਣਾ ਵਾਲੇ ਵਸਤਰ ਪਾਏ ਹੋਏ ਨੇ। ਸੁਣਿਆ ਕਿ ਪ੍ਰਭੂ 100 ਪਤੀ ਹੈ, ਸਭਨਾ ਕਾ 100 ਏਕ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਪ੍ਰਤੀ ਫਿਰ
ਇਹ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਉਹਦੀ ਪ੍ਰਾਪਤੀ ਦਾ ਮਾਰਗ ਦੱਸਣਗੇ। ਇਹਦੇ ਤੇ ਜੀਵ ਰੂਪ ਇਸਤਰੀ 100 ਪਤੀ ਪਰਮਾਤਮਾ ਉਹਨੂੰ ਪ੍ਰਸੰਨ ਕਿਵੇਂ ਕਰ ਸਕਦੀ ਹੈ ਦੱਸਦੇ ਹਨ ਜੀ। ਗੁਣਵੰਤੀ ਗੁਣ ਵੀਥਰੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਭਾਈ ਤੇ ਇਹਦੇ ਵਿੱਚ ਜਿਹੜੀ ਗੁਰਮੁਖ ਰੂਪ ਗੁਣਵੰਤੀ, ਜੇ ਇਸਤਰੀਆਂ ਦੀ ਨਿਆਈ ਕਹਿੰਦੇ ਫਿਰ ਜਿਹੜੀ ਗੁਣਾਂ ਵਾਲੇ ਮਹਾਪੁਰਸ਼ ਨੇ ਉਹ ਗੁਣਵੰਤੀਆਂ ਪਰਮਾਤਮਾ ਦੀਆਂ, ਤਾਂ ਉਹ ਇਸਤਰੀਆਂ ਨੂੰ ਕੱਪੜੇ ਪਾ ਕੇ ਥੋੜੇ ਹੋ ਜਾਓਗੇ ਤੁਸੀਂ। ਉਹ ਆਪਣੇ ਵਾਹਿਗੁਰੂ ਦੀ ਪਤੀ ਦੇ ਗੁਣਾਂ ਦਾ ਬੀਥਰ ਹੈ, ਵਿਸਥਾਰ ਕਰਦੀਆਂ, ਗੁਣਾਂ ਨੂੰ ਲੋਕਾਂ 'ਚ ਪ੍ਰਚਾਰਦੀਆਂ ਵਾਹਿਗੁਰੂ ਦੇ। ਜੇ ਪਤੀ ਸਹੀ ਮੰਨਿਆ ਤੁਸੀਂ ਤਾਂ ਆਪਣੀ ਵਡਿਆਈ ਕਰਾਉਂਦੇ ਫਿਰਦੇ ਹੋ। ਮਹਾਰਾਜ ਕਹਿੰਦੇ ਤੁਸੀਂ ਫਿਰ ਰੱਬ ਦੀ ਵਡਿਆਈ ਕਰਾਓ, ਤਾਂ ਆ ਗੁੱਤਾਂ ਕਰਨ ਦੇ ਨਾਲ ਤਾਂ ਨਹੀਂ ਕਹਾਂ ਰੱਬ ਪ੍ਰਾਪਤ ਹੋਣ ਲੱਗਿਆ। ਇਸ ਪ੍ਰਕਾਰ ਜਿਹੜੀਆਂ ਗੁਣਵੰਤੀਆਂ ਨੇ ਇਸਤਰੀਆਂ, ਪਤੀਵਰਤਾ ਧਰਮ ਦੇ ਵਿੱਚ, ਜਿਵੇਂ ਸੰਸਾਰ ਵਿੱਚ ਪਤੀਵਰਤਾ ਧਰਮ ਵਾਲੀਆਂ ਇਸਤਰੀਆਂ ਬੀਬੀਆਂ ਜਿਹੜੀਆਂ ਉਹ ਰਹਿ ਕੇ ਆਪਣੇ ਪਤੀ ਦੇ ਗੁਣਾਂ ਦਾ ਹੀ ਵਿਸਤਾਰ ਕਰਦੀਆਂ। ਇਸ ਤਰ੍ਹਾਂ ਕਰਨਾ ਚਾਹੀਦਾ ਸਾਨੂੰ। ਪਰਮਾਤਮਾ ਦਾ ਉਹ ਵੱਡਿਆਂ ਨੂੰ ਪਿਤਾ, ਬਰਾਬਰਦਿਆਂ ਨੂੰ ਭਰਾ, ਛੋਟਿਆਂ ਨੂੰ ਪੁੱਤਰ ਦੇ ਸਮਾਨ ਸਮਝਦੀਆਂ ਨੇ। ਪਤੀ ਦੇ ਪਰਿਵਾਰ ਦੀ ਸੇਵਾ ਤਾਂ ਕਰਦੀਆਂ ਰਹਿੰਦੀਆਂ ਨੇ, ਪਰ ਟੇਕ ਇਕੱਲੇ ਪਤੀ ਤੇ ਰੱਖਦੀਆਂ। ਇਸ ਤਰ੍ਹਾਂ ਸੰਤ ਰੂਪ ਸਿੱਖੀਆਂ ਜਿਹੜੀਆਂ ਗੁਣਵੰਤੀਆਂ ਸੁਹਾਗਣਾ, ਉਹ ਸਤਿਕਾਰ ਸਾਰੇ ਧਰਮਾਂ ਦਾ ਕਰਦੇ ਹੈ ਕਿ ਪਰਮਾਤਮਾ ਦੇ ਸਾਡੇ ਪਤੀ ਪਰਮੇਸ਼ਰ ਦਾ ਹੀ ਪਰਿਵਾਰ ਹੈ, ਸਹੁਰੇ ਪਰਿਵਾਰ ਦੀ ਨਿਆਈ, ਪਰ ਪਤੀ ਇੱਕੋ ਹੀ ਹੈ ਵਾਹਿਗੁਰੂ ਪਰਮੇਸ਼ਰ। ਤੇ ਇਸ ਕਰਕੇ ਜਿਹੜੀਆਂ ਔਗਣਾਂ ਵਾਲੀਆਂ ਹਨ, ਔਗਣਵੰਤੀ ਝੂਰ, ਜਿਹੜੀਆਂ ਔਗਣਾਂ ਵਾਲੀਆਂ ਨੂੰ ਤਾਂ ਝੂਰਨਾ ਪੈਂਦਾ। ਝੂਰਨਾ ਹੁੰਦਾ ਜਿਹਦੇ 'ਚ ਨਾ ਪਛਤਾਤਾਪ ਹੁੰਦਾ ਹੈ। ਪਛਤਾਤਾਪ ਕਰਕੇ ਰੋਈ ਜਾਣਾ, ਰੀ ਜੀ ਕਰਕੇ, ਉਹਨੂੰ ਕਹਿੰਦੇ ਝੂਰਨਾ। ਚੀਣੀ ਦੀ ਤਰ੍ਹਾਂ ਜਿਵੇਂ ਆਵਾਜ਼ ਦਿੰਦੀ ਹੈ ਬਰੀਕ, ਇਸ ਤਰ੍ਹਾਂ ਦਾ ਉਹ ਔਗਣਾਂ ਵਾਲੀਆਂ ਜਿਹੜੀਆਂ ਨੇ। ਪ੍ਰਤੱਖ ਵੀ ਜਿਹੜੇ ਪਤੀ ਦੀ ਸੇਵਾ ਨਹੀਂ ਕਰਦੀਆਂ ਤੇ ਪਰਾਏ ਪੁਰਸ਼ਾਂ ਦੀ ਸੰਗਤ ਕਰਦੀਆਂ, ਕਹਿੰਦੇ ਫਿਰ ਉਹ ਝੂਰਨਾ ਹੀ ਪਊਗਾ, ਉਹਨਾਂ ਨੂੰ ਪਰਲੋਕ ਤੇ ਸਜ਼ਾ ਮਿਲਦੀਆਂ ਹਨ, ਝੂਰਨਾ ਪੈਂਦਾ ਹੈ। ਇਸ ਤਰ੍ਹਾਂ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਉਹ ਸੰਸਾਰ ਨੂੰ ਤਾਰਦੇ ਹੋਏ ਨੁਸਾਰੇ ਪਿੰਡ ਚਲੇ ਗਏ। ਵੱਡਾ ਭਾਰੀ ਘੁੱਗ ਪਿੰਡ ਹੈ। ਉੱਥੇ ਇੱਕ ਮਾਤਾ ਬਹੁਤ ਆਏ ਗਏ ਸੰਤਾਂ ਦੀ ਸੇਵਾ ਕਰਨ ਵਾਲੀ ਤੇ ਬੰਦਗੀ ਬਹੁਤ ਕਰਦੀ ਸੀ। ਦਿਨ ਰਾਤ ਆਰਾਧਦੀ ਰਹਿੰਦੀ ਸੀ, ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਇਸੇ ਕਰਕੇ ਉਹ ਸੇਵਾ ਸਿਮਰਨ ਕਰਦੀ ਸੀ। ਉਹਦੀ ਸੇਵਾ ਸਿਮਰਨ ਮਨਜ਼ੂਰ ਹੋ ਗਿਆ। ਗੁਰੂ ਨਾਨਕ ਸਾਹਿਬ ਆਪ ਹੀ ਉਹਦੇ ਘਰ ਚਲੇ ਗਏ, ਭਾਈ ਵਾਲਾ ਮਰਦਾਨਾ ਨਾਲ। ਮਾਤਾ ਨੇ ਤਾਂ ਸੰਤ ਰੂਪ ਸਮਝ ਕੇ ਮੱਥਾ ਟੇਕਿਆ, ਚਰਨਾਂ ਤੇ ਮੱਥਾ ਟੇਕਿਆ। ਉਸੇ ਵੇਲੇ ਅੰਦਰ ਅਨੁਭਵ ਹੋ ਗਿਆ ਵੀ ਪਰਮੇਸ਼ਰ ਆ ਗਏ। ਕਹਿਣ ਲੱਗੀ, ਮਹਾਰਾਜ ਮੈਂ ਤਾਂ ਸਮਝਿਆ ਸੀ ਕੋਈ ਸੰਤ ਆਏ ਆ, ਪਰ ਹੁਣ ਮੈਨੂੰ ਗਿਆਨ ਹੋ ਗਿਆ ਵੀ ਮੈਂ ਜਿਹਨੂੰ ਆਰਾਧਦੀ ਸੀ ਉਹੀ ਆ ਗਏ। ਕਹਿੰਦੇ ਨਹੀਂ ਮਾਤਾ, ਨਿਰੰਕਾਰ ਹੋ ਰਿਹਾ, ਮੈਂ ਤਾਂ ਦਾਸ ਹਾਂ ਉਹਦਾ। ਇਹ ਕਹਿ ਕੇ ਬੈਠੇ, ਪ੍ਰਸ਼ਾਦਾ ਪਾਣੀ ਛਕਾਇਆ। ਤੇ ਮਹਾਰਾਜ ਕਹਿੰਦੇ ਮਾਤਾ ਜਾਣ ਬੁੱਝ ਕੇ, ਪਤਾ ਤਾਂ ਹੈਗਾ ਸੀ? ਕਹਿੰਦੀ ਹਾਂ ਮਹਾਰਾਜ, ਆ ਤੁਹਾਡੇ ਨਗਰ ਦੇ ਵਿੱਚ ਭੀੜ ਭੜੱਕਾ ਬੜਾ ਹੈ, ਬੜੇ ਲੋਕ ਟੋਲਿਆਂ ਦੇ ਟੋਲੇ ਆਉਂਦੇ ਆ, ਰਾਹ ਭਰੇ ਜਾਂਦੇ ਆ, ਕਿੱਧਰ ਨੂੰ ਜਾਂਦੇ ਨੇ ਇਹ? ਕਹਿੰਦੀ ਮਹਾਰਾਜ ਅੱਜ ਚੰਦਰਮਾ ਦੀ ਦੂਜ ਹੈ। ਕਹਿੰਦੇ ਫੇਰ ਦੂਜ ਦਾ ਮੇਲਾ ਭਰਦਾ ਇੱਥੇ ਹਰ ਮਹੀਨੇ। ਕੀ ਹੁੰਦਾ ਹੈ? ਕਹਿੰਦੇ ਮਹਾਰਾਜ ਇੱਥੇ ਇੱਕ 100 ਸੁਹਾਗਣ ਹੈ ਤਾਂ ਮਹਾਤਮਾ, ਪਰ ਬੀਬੀਆਂ ਵਾਲੇ ਕੱਪੜੇ ਪਾ ਕੇ ਰੱਖਦਾ, ਗੁੱਤਾਂ ਪਿੱਛੇ ਕੀਤੀਆਂ, ਹਾਰ ਸ਼ਿੰਗਾਰ ਕੀਤਾ ਹੋਇਆ। ਤੇ ਉਹ ਕਹਿੰਦਾ ਵੀ ਮੈਂ ਪਰਮਾਤਮਾ ਦੀ ਇਸਤਰੀ ਹਾਂ, ਮੈਨੂੰ ਮਹੀਨੇ ਬਾਅਦ ਦੂਜ ਵਾਲੇ ਦਿਨ ਉਹ ਰਾਤ ਨੂੰ ਮੈਨੂੰ ਮੇਰਾ ਪਤੀ ਦਰਸ਼ਨ ਦਿੰਦਾ, ਪਰਮਾਤਮਾ ਦੇ ਦਰਸ਼ਨ ਹੁੰਦੇ ਆ, ਤੇ ਲੋਕ ਫਿਰ ਉਹਦੇ ਦਰਸ਼ਨ ਕਰਨ ਆਉਂਦੇ ਆ। ਇਹਨੇ ਰੱਬ ਦੇ ਦਰਸ਼ਨ ਕਰ ਲਏ, ਆਪਾਂ ਇਹਦੇ ਦਰਸ਼ਨ ਕਰ ਲਓ। ਮਹਾਰਾਜ ਕਹਿੰਦੇ ਮਰਦਾਨਿਆਂ, ਹਾਂ ਮਹਾਰਾਜ ਕਹਿੰਦੇ ਚੱਲ ਫਿਰ ਆਪਾਂ ਵੀ ਦਰਸ਼ਨ ਕਰ ਲਈਏ ਉਹਦੇ, ਪਖੰਡ ਦੂਰ ਕਰਨਾ ਸੀ। ਮਹਾਰਾਜ ਕਹਿੰਦੇ ਚਲੋ। ਭਾਈ ਮਰਦਾਨਾ ਦੀ ਕਹਿੰਦੇ ਚਲੇ ਗਏ। ਮਹਾਰਾਜ ਸਾਹਿਬ ਜਿੱਥੇ ਉਹ ਅੰਦਰ ਸੀ, ਪਖੰਡੀ ਨੇ ਜਿਹੜਾ ਬਣਾਇਆ ਸੀ ਰਹਿਣ ਦਾ, ਮੂਹਰੇ ਪਹਿਰਾ ਲੱਗਿਆ ਹੋਇਆ, ਤੇ ਉਹ ਦਰਵਾਜ਼ੇ ਤੇ ਜਦੋਂ ਗਏ, ਪ੍ਰਤਾਪ ਦੇਖ ਕੇ ਮਹਾਰਾਜ ਦਾ, ਉਹ ਪਹਿਰੇਦਾਰ ਝੱਲ ਨਾ ਸਕੇ ਪ੍ਰਤਾਪ, ਤੇ ਉਹ ਕਹਿੰਦੇ ਮਹਾਰਾਜ ਵੀ ਅਸੀਂ ਆਗਿਆ ਲੈ ਲਈਏ, ਉਹ ਅਸੀਂ ਤੁਹਾਨੂੰ ਰੋਕ ਤਾਂ ਨਹੀਂ ਸਕਦੇ, ਪਰ ਜੇ ਪੀਰ ਜੀ ਆਗਿਆ ਦੇਣਗੇ ਫਿਰ ਜਾ ਸਕਦੇ ਅੰਦਰ। ਉਹ ਅੰਦਰ ਗਏ, ਕਹਿੰਦੇ ਜੀ ਬਾਹਰ 3 ਦਰਵੇਸ਼ ਆਏ ਆ। ਕਹਿੰਦਾ ਕਹਿ ਦੋ ਮੁੜ ਜਾਣ, ਅੱਜ ਮੇਰੇ ਪਤੀ ਦੇ ਦਰਸ਼ਨ ਦੇਣੇ, ਅੱਜ ਨਹੀਂ ਮੈਂ ਮਿਲਦਾ ਕਿਸੇ ਨੂੰ। ਅੰਦਰ ਤੋਂ ਆਵਾਜ਼ ਮਹਾਰਾਜ ਤਾਂ ਅੰਤਰਜਾਮੀ ਸੁਣ ਲਈ। ਉਹਨੇ ਆ ਕੇ ਸੇਵਾਦਾਰ ਨੇ ਕਹਿਤਾ, ਕਹਿੰਦੇ ਅੱਜ ਨਹੀਂ ਜੀ ਮਿਲ ਸਕਦੇ, ਉਹਦੇ ਅੱਜ 100 ਦੇ ਦਰਸ਼ਨ ਹੋਣੇ, ਉਹ ਨਹੀਂ ਅੱਜ ਕਿਸੇ ਨੂੰ ਮਿਲ ਸਕਦੇ ਪੀਰ ਜੀ ਸਾਡੇ। ਮਹਾਰਾਜ ਕਹਿੰਦੇ ਚੱਲ ਮਰਦਾਨਿਆਂ, ਪਖੰਡ ਤੋਂ ਬਿਨਾਂ ਇੱਥੇ ਕੁਝ ਨਹੀਂ ਹੈ ਹੋਰ। ਇਹ ਕਹਿ ਕੇ ਮਹਾਰਾਜ ਤੁਰ ਪਏ ਉੱਥੋਂ। ਮਾਈ ਦੇ ਘਰ ਆ ਗਏ। ਪਿੱਠ ਮੋੜਨ ਦੀ ਦੇਰ ਸੀ, ਮੇਲੇ 'ਚ ਕਿਤੇ 2 ਧਿਰਾਂ ਦੀ ਲੜਾਈ ਹੋ ਗਈ।
ਕੁੱਟ ਮਾਰ ਹੋ ਗਈ, ਦੁਕਾਨਾਂ ਲੁੱਟ ਲੀਆਂ, ਝੰਡੇ ਪਾੜ ਦਿੱਤੇ, ਧੱਕਮ ਧੱਕੀ ਹੁੰਦੇ ਲੜਾਈ ਹੁੰਦੀ ਉਹ ਦਰਵਾਜ਼ੇ ਦੇ ਜਿਹੜਾ ਮੂਹਰੇ ਖੜਾ ਸੀ ਉਹਦਾ ਵੀ ਧੱਕਾ ਮਾਰਿਆ, ਦਰਵਾਜ਼ਾ ਇੱਕ ਨੇ ਦਰਵਾਜ਼ਾ ਟੁੱਟ ਗਿਆ। ਜਦ ਜਾ ਕੇ ਅੰਦਰ ਦੇਖਿਆ ਤੇ ਅਲਫ ਨੰਗਾ ਇਹੀ ਦੀ ਹਾਲਤ ਵਿੱਚ ਉੱਥੇ ਵਿਭਚਾਰ ਪਰਾਏ ਸਰੀਰ ਨਾਲ ਔਰਤ ਨਾਲ ਕਰਦਾ, ਉੱਤੇ ਹੀ ਫੜਿਆ ਗਿਆ ਪਖੰਡੀ। ਬਾ ਫਿਰ ਉਹ ਲੋਕ ਇਹੋ ਜਿਹੇ ਹੁੰਦੇ ਆਪਸ ਵਿੱਚ ਹੀ ਤਾਂ ਲੜਨ ਤੋਂ ਹਟ ਗਏ ਉਸੇ ਵੇਲੇ, ਆਹ ਕੀ ਹੋਇਆ, ਉਹਨੂੰ ਪਖੰਡੀ ਨੂੰ ਫੜ ਲਿਆ। ਬੀਬੀ ਨੂੰ ਤਾਂ ਕੁਝ ਨਹੀਂ ਕਿਹਾ, ਉਹ ਤਾਂ ਨੱਠ ਗਈ ਆਪਣੇ ਕੱਪੜੇ ਪਾ, ਉਹਨੂੰ ਫੜ ਕੇ ਜਿਉਂ ਘਸੀਟਿਆ, ਲੱਤਾਂ ਤੋਂ ਫੜ ਕੇ ਘਸੀਟੀ ਆਉਣ ਜਿਹਦੇ ਪੈਰਾਂ ਤੋਂ ਮੱਥਾ ਟੇਕਦੇ ਸੀ, ਘਸੀਟ ਕੇ ਬਾਹਰ ਜਿਉਂ ਲੱਗੇ ਜੁੱਤੀਆਂ ਮਾਰਨ, ਕੋਈ ਸਿਰ 'ਚ ਮਾਰਦਾ, ਕੋਈ ਸਿਆਣੇ ਬੰਦੇ ਆ ਗਏ, ਕਹਿੰਦੇ ਉਹ ਭਾਈ ਗੱਲ ਸੁਣੋ, ਬਹੁਤ ਹੋ ਗਈ, ਰਹਿਣ ਦਿਓ, ਹੁਣ ਮਾੜਾ ਕਰਮ ਕਰਿਆ ਇਹਨੇ ਕਰਿਆ। ਕਹਿੰਦਾ ਸਾਤੋਂ ਪੂਜਾ ਕਰਾਉਂਦਾ ਸੀ, ਰੱਬ ਦੇ ਦਰਸ਼ਨ ਹੁੰਦੇ ਆ ਦਰਸ਼ਨ ਹੁੰਦੇ ਇਹਨਾਂ ਨੂੰ। ਉਹ ਕਹਿੰਦੇ ਵੀ ਨਹੀਂ, ਗੁੱਸਾ ਹੈ ਸਾਨੂੰ, ਕਹਿੰਦੇ ਨਾ ਕੁਝ ਨਾ ਕਹੋ, ਸੋ ਮੁਗਜੇ ਮਰੋਜੇ ਮੈਂ ਬਾਣੀ 'ਚ ਲਿਖਿਆ। ਉਦੋਂ ਬਾਅਦ ਉਹਦੀ ਇਹੀ ਜੀ ਹਾਲਤ ਹੋ ਗਈ, ਕੋਈ ਇੱਕ ਬੰਦਾ ਉਹਨੂੰ ਮੂੰਹ ਪਾਣੀ ਨਾ ਧਰੇ ਤੇ ਕੋਈ ਚੰਗਾ ਨਾ ਸਮਝੇ, ਜਿਹੜਾ ਕੋਲ ਦੀ ਲੰਘੇ ਮੂੰਹ ਪਰੇ ਨੂੰ ਕਰਕੇ ਲੰਘ ਜਾ ਕਰੇ। ਫਿਰ ਉਸਨੇ ਪਛਤਾਵਾ ਕੀਤਾ ਵੀ ਸ਼ਾਇਦ ਉਹ ਦਰਵੇਸ਼ ਜਿਹੜਾ ਮੈਂ ਮਿਲਿਆ ਨਹੀਂ ਸੀ ਕਿਤੇ, ਉਹਨਾਂ ਦੀ ਕਰਾਮਾਤ ਵਰਤ ਗਈ ਜਾਂ ਹੋਰ ਹੈ। ਮਹਾਰਾਜ ਉੱਥੋਂ ਚਲੇ, ਸਾਲ ਬਾਅਦ ਫੇਰ ਆ ਗਏ ਮਹਾਰਾਜ। ਸਾਲ ਬਾਅਦ ਆਏ ਤੇ ਗਰੀਬ ਨਿਵਾਜ ਸਤਿਗੁਰੂ, ਹੁਣ ਮਾਤਾ ਜਾਣੂ ਸੀ, ਡੀਕਦੀ ਸੀ। ਮਹਾਰਾਜ ਜਦੋਂ ਤੁਰਨ ਲੱਗੇ ਨਾ ਉੱਥੋਂ ਇਹ ਖੇਡ ਵਰਤਾ ਕੇ, ਮਾਤਾ ਕਹੇ ਮਹਾਰਾਜ ਬਚਨ ਦੇ ਕੇ ਜਾਓ ਮੈਨੂੰ ਦੁਬਾਰੇ ਫੇਰ ਦਰਸ਼ਨ। ਕਹਿੰਦੇ ਵਾਰ-ਵਾਰ ਤਾਂ ਨਹੀਂ, ਕਹਿੰਦੇ ਮਹਾਰਾਜ ਇੱਕ ਵਾਰ ਜ਼ਰੂਰ ਆ ਜਾਓ। ਉਹ ਮਾਤਾ ਦੀ ਗੱਲ ਸੁਣ ਕੇ ਮਹਾਰਾਜ ਦੁਬਾਰੇ ਚਲੇ ਗਏ। ਮਾਤਾ ਦੇ ਘਰ ਬੈਠੇ, ਇੱਕ ਕੋੜੀ ਸੀ, ਸਿਵੜ ਚ ਆਉਂਦਾ, ਮਾਈ ਨੂੰ ਕਿਤੇ ਤਰਸ ਆ ਗਿਆ। ਉਹਨੇ ਕਿਤੇ ਉਹਨੂੰ ਕੋੜੀ ਨੂੰ ਕਹਿਤਾ, ਇਸ਼ਾਰਾ ਕਰਤਾ, ਕਹਿੰਦੇ ਉਹ ਜੇ ਤੇਰੇ ਭਾਗ ਜਾ ਗਿਆ, ਮੇਰੇ ਘਰ ਰੱਬ ਆਇਆ ਹੋਇਆ, ਪੈਰ ਫੜ ਲੈ। ਉਹ ਆ ਗਿਆ, ਜਿਉਂ ਬੂਹੇ ਤੇ ਲਿਲਕਣ ਲੱਗਿਆ, ਮਹਾਰਾਜ ਕਿਰਪਾ ਕਰ ਦਿਓ, ਮੱਖੀਆਂ ਪਿਣਕਦੀਆਂ, ਮੰਗੇ ਨੂੰ ਰੋਟੀ ਨਹੀਂ ਦਿੰਦਾ ਕੋਈ। ਮਰਦਾਨੇ ਨੂੰ ਤਰਸ ਆ ਗਿਆ, ਕਹਿੰਦਾ ਗਰੀਬ ਨਵਾਜ ਤੁਸੀਂ ਸਾਰੇ ਸੰਸਾਰ ਦਾ ਕੋੜ ਹਟਾ ਸਕਦੇ ਹੋ, ਮੈਨੂੰ ਯਕੀਨ ਹੈ। ਮਰਦਾਨਾ ਕਹਿੰਦਾ ਬਾਬਾ ਮੇਰੀ ਬੇਨਤੀ ਹੈ, ਇਹਦਾ ਕੋੜੀ ਦਾ ਕੋੜ ਹਟਾ ਦੇ, ਹੰਝੂ ਮੇਤੇ ਨਹੀਂ ਦੇਖੋਗੇ। ਮਰਦਾਨਾ ਢਲ ਗਿਆ। ਭਾਈ ਬਾਲੇ ਨੇ ਵੀ ਕਹਿਤਾ, ਮਾਈ ਨੇ ਵੀ ਬੇਨਤੀ ਕੀਤੀ। ਮਹਾਰਾਜ ਕਹਿੰਦੇ ਅੱਛਾ ਭਾਈ, ਜਲ ਲਿਆਂਦਾ, ਸਤਨਾਮ ਕਿਹਾ, ਕਹਿੰਦੇ ਗੱਲ ਸੁਣ ਲੈ, ਕੋੜ ਤਾਂ ਹਟ ਜਾਊਗਾ, ਨਿਰੰਕਾਰ ਹਟਾਊਗਾ, ਮੈਂ ਤਾਂ ਨਹੀਂ ਹਟਾਉਣਾ। ਇੱਕ ਤਾਂ ਗੁਰਮਤਿ ਧਾਰਨ ਕਰ ਲਈ। ਕਹਿੰਦਾ ਜੀ ਮੈਂ ਹੁਣੇ ਹੀ ਗੁਰਮਤਿ ਧਾਰਨ ਕਰਨੇ। ਕਹਿੰਦੇ ਚੰਗਾ ਲੈ ਚਰਨਾਮਤ ਲੈ। ਚਰਨਾਮਤ ਦਿਆ, ਸਤਨਾਮ ਦੇ ਦਿੱਤਾ। ਕਹਿੰਦੇ ਲੈ ਹੁਣ ਤੂੰ ਸਾਡਾ ਗੁਰਸਿੱਖ ਬਣ ਗਿਆ। ਕਹਿੰਦੇ ਗੁਰਸਿੱਖ ਨਹੀਂ ਕੋੜੀ ਹੁੰਦੇ। ਮਹਾਰਾਜ ਨੇ ਕਿਰਪਾ ਕੀਤੀ, ਕੰਚਨ ਵਰਗੀ ਦੇਹੀ ਸਾਧ ਸਿੰਘ ਜੀ ਹੋ ਗਈ ਉਹਦੀ, ਐਨ ਸਵੱਛ ਹੋ ਗਿਆ। ਜਾ ਕੇ ਨਹਾ ਧੋ ਕੇ ਕੱਪੜੇ ਪਾਏ ਤੇ ਜਦੋਂ ਜਾਣ ਲੱਗਿਆ, ਮਹਾਰਾਜ ਕਹਿੰਦੇ ਗੱਲ ਸੁਣ ਬਈ। ਹਾਂ ਮਹਾਰਾਜ। ਕਹਿੰਦੇ ਕੋੜ ਤਾਂ ਹਟ ਗਿਆ ਨਾ? ਕਹਿੰਦੇ ਹਟ ਗਿਆ। ਇੱਕ ਤਾਂ ਜੇ ਨਾਮ ਨੂੰ ਭੁੱਲ ਗਿਆ ਫਿਰ ਦੁਆਰੇ ਨਾ ਖੋਜਵੇ, ਨਾਮ ਨੂੰ ਨਾ ਭੁੱਲੀ। ਤੇ ਇੱਕ ਗੱਲ ਸੁਣ ਲੈ ਧਿਆਨ ਨਾਲ, ਜੇ ਕੋਈ ਪੁੱਛੇ ਵੀ ਤੇਰਾ ਕੋੜ ਕਿਵੇਂ ਹਟਿਆ, ਕੀ ਕਹੇਗਾ? ਕਹਿੰਦਾ ਮੈਂ ਕਹੂੰਗਾ ਵੀ ਤੁਸੀਂ, ਕਹਿੰਦੇ ਇਹ ਗੱਲ ਗਲਤ ਹੈ, ਮੇਰਾ ਨਾਂ ਨਹੀਂ ਲੈਣਾ ਤਾਂ। ਕਹਿੰਦਾ ਜੀ ਕਿਹਦਾ ਲੰਮਾ? ਕਹਿੰਦੇ ਕਹਿਦੀ 100 ਸੁਹਾਗਣ ਨੇ ਹਟਾਇਆ। ਇਹਨੂੰ ਕਹਿੰਦੇ ਨੇ ਗਰੀਬ ਨਵਾਜ਼, ਜਿਹਨੇ ਦਰਸ਼ਨ ਨਹੀਂ ਸੀ ਦਿੱਤੇ। ਉਹ ਜਿਹੜਾ ਵੀ ਮਿਲੇ ਉਹ ਕੋੜੀਆ, ਤੇਰਾ ਕੋੜ ਹਟ ਗਿਆ? ਕਹਿੰਦਾ ਹਾਂ ਜੀ ਹੋ ਗਈ ਕਿਰਪਾ। ਕਿਹਨੇ ਕਰੀਆ? ਕਹਿੰਦਾ 100 ਸੁਹਾਗਣ ਨੇ। 100 ਸੁਹਾਗਣ ਕੋਲ ਗਿਆ ਵੀ ਨਹੀਂ ਸੀ ਕਦੇ। ਇਹ ਗੱਲ ਹੁੰਦੀ ਸਾਰੇ ਪਿੰਡ 'ਚ ਕਹਿੰਦੇ ਓਹੋ, ਆਪਾਂ 100 ਸੁਹਾਗਣ ਨੂੰ ਮਾੜਾ ਕਹਿੰਦੇ ਸੀ, ਇਹ ਤਾਂ ਜੀ ਮਹਾਂਪੁਰਖਾਂ ਦਾ ਕੋਈ ਫਿਰ ਚੋਜ ਹੋਊਗਾ, ਆਪਾਂ ਤੋਂ ਤਾਂ ਗਲਤੀ ਹੋ ਗਈ ਹੈ, ਆਪਾਂ ਕਾਹਨੂੰ ਕੀ ਪਤਾ ਵੀ ਕਿਸ ਤਰ੍ਹਾਂ, ਆਪਾਂ ਤਾਂ ਨਿੰਦਿਆ ਕਰ ਕਰਕੇ ਸਾਰੇ ਜੀ ਇਕੱਠੇ ਹੋ ਕੇ ਇਹਦੇ ਪੈਰੀਂ ਡਿੱਗਣ ਲੱਗੇ, ਸਾਨੂੰ ਮਾਫ ਕਰ ਦਿਓ ਜੀ, ਸਾਤੋਂ ਗਲਤੀ ਹੋ ਗਈ। ਉਹ ਵੀ ਹੈਰਾਨ, ਮੁੜ ਕੇ ਫੇਰ ਲੱਗੇ ਲੋਕ ਆਉਣ, ਹੋਇਆ ਕੀ ਹੈ? ਕਹਿੰਦੇ ਤੁਸੀਂ ਕੋੜੀ ਦਾ ਕੋੜ ਹਟਾਤਾ। ਇਹ ਕਿਹੜੇ ਕੋੜੀ ਦਾ ਕੋੜ ਹਟਾਤਾ? ਅੰਦਰ ਸੋਚੀ ਜਾਂਦਾ। ਜੇ ਕਿਸੇ ਮੂਰਖ ਨੂੰ, ਪਖੰਡੀ ਨੂੰ ਵਡਿਆਈ ਮਿਲ ਜਵੇ, ਉਹ ਐ ਨਹੀਂ ਕਹਿੰਦਾ ਵੀ ਮੈਂ ਨਹੀਂ ਕਰਿਆ ਇਹ, ਉਹਦੇ ਅੰਦਰ ਵਡਿਆਈ ਦੀ ਲਾਲਚ ਹੁੰਦਾ ਹੈ। ਇੱਕ ਦਿਨ ਕੋੜੀ ਮਿਲ ਗਿਆ ਤੇ ਉਹ 100 ਸੁਹਾਗਣ ਨੂੰ ਪਤਾ ਸੀ ਵੀ ਇਹ ਆਹ ਨਾਂ ਦਾ ਕੋੜੀ ਹੋਇਆ ਵਾ ਸੀ, ਉਹ ਨਹੀਂ ਸੀ ਉਹਨੂੰ ਜਾਣਦਾ ਜਿਆਦੇ। ਉਹਨੂੰ ਕਹਿੰਦਾ ਉਹ ਤੇਰਾ ਕੋੜ ਕਿਵੇਂ ਹਟਿਆ? ਕਹਿੰਦਾ ਜੀ ਹੋ ਗਈ ਕਿਰਪਾ। ਕਹਿੰਦਾ ਕਿਵੇਂ ਕਿਰਪਾ ਹੋ ਗਈ? ਕਹਿੰਦਾ 100 ਸੁਹਾਗਣ ਨੇ ਕਿਰਪਾ ਕੀਤੀ। ਕਹਿੰਦਾ ਗੱਲ ਸੁਣੋ, ਬਹਿ ਜਾ ਇੱਥੇ, 100 ਸੁਹਾਗਣ ਮੇਰਾ ਨਾਂ ਹੈ, ਮੈਂ ਤਾਂ ਕਰਮਾਂ ਦਾ ਮਾਰਿਆ, ਲੋਕ ਜੁੱਤੀਆਂ ਮਾਰ ਕੇ ਅੰਦਰੋਂ ਕੱਢਿਆ ਸੀ ਮੈਨੂੰ, ਲੋਕਾਂ 'ਚ ਅਪਮਾਨ ਮੇਰਾ ਹੋਇਆ, ਤੂੰ ਕਹਿੰਦਾ ਕੋੜ ਹਟਾਤਾ, ਸੱਚ ਬੋਲ। ਕਹਿੰਦਾ ਜੀ ਸੱਚ ਬੋਲਣ ਦੀ ਆਗਿਆ ਨਹੀਂ ਹੈ, ਇਸ ਕਰਕੇ ਮੈਂ ਬੋਲ ਨਹੀਂ ਸਕਦਾ ਸੱਚ। ਕਹਿੰਦਾ ਫਿਰ ਹੈ ਕੋਈ ਹੋਰ ਜਿਹਨੇ ਹਟਾਇਆ? ਕਹਿੰਦਾ ਜੀ ਮੈਂ ਇਹ ਵੀ ਨਹੀਂ ਕਹਿ ਸਕਦਾ। ਉਹ ਮਗਰ ਹੋ ਗਿਆ ਤੇ ਕੋੜੀ ਉੱਥੇ ਜਾ ਵੜਿਆ ਮਾਈ ਦੇ ਘਰ।
ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੈਠੇ ਸੀ। ਬਸ ਵੇ 100 ਸੁਹਾਗਣ ਲੰਮਾ ਪੈ ਕੇ ਡੰਡੌਤ ਕੀਤੀ। ਕਹਿੰਦਾ ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ ਸੀ। ਮਹਾਰਾਜ ਨੇ ਮਾਈ ਦੇ ਘਰ ਬੈਠ ਕੇ ਉਹਨੂੰ ਉਪਦੇਸ਼ ਦਿੱਤਾ, ਅਸਲੀ 100 ਨੂੰ ਜੇ ਮਿਲਣ ਤਾਂ ਪਖੰਡ ਛੱਡ ਦੇ, ਨਹੀਂ ਤਾਂ ਫਿਰ ਝੂਰਨਾ ਹੀ ਪੈਂਦਾ ਹੁੰਦਾ। ਅਗੁਣਮੰਤੀ ਝੂਰ, ਉਹਨੂੰ ਫਿਰ ਸਾਧ ਸੰਗਤ ਜੀ ਇਹ ਮਹਾਰਾਜ ਨੇ ਪਵਿੱਤਰ ਜੀਵਨ ਬਖਸ਼ ਦਿੱਤਾ ਸੀ। ਕਹਿੰਦੇ ਬੀਬੀਆਂ ਵਾਲੇ ਕੱਪੜੇ ਲਾ ਦੇ ਤੇ ਗੁਰੂ ਕਾ ਸਿੱਖ ਬਣ ਕੇ ਪ੍ਰਚਾਰ ਕਰ ਗੁਰਮਤਿ ਦਾ। ਤੇ ਮਹਾਰਾਜ ਸਾਹਿਬ ਨੇ ਐਸੀ ਕਿਰਪਾ ਕਰ ਦਿੱਤੀ, ਫਿਰ ਉਹਦੇ ਤੇ ਉਹਨੂੰ ਵੀ ਧਾਰ ਦਿੱਤਾ, ਪਵਿੱਤਰ ਜੀਵਨ ਬਖਸ਼ਦਾ। ਜਿਹੜੇ ਗੁਣ ਵਾਲੀਆਂ ਮਹਾਂਪੁਰਖ ਰੂਪ ਸਖੀਆਂ ਨੇ ਉਹ ਗਿਆਨ ਸ਼ਰਧਾ ਆਦਿਕ ਪਰਮੇਸ਼ਰ ਦੇ ਗੁਣਾਂ ਦਾ ਵਿਸਥਾਰ ਕਰਦੀਆਂ। ਔਗਣ ਵਾਲੀਆਂ ਜਿਹੜੀਆਂ ਨਿਸ਼ਰਦਕ ਨਾਸਤਕ ਲੋਕ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ, ਉਹ ਨਾਸਤਕਾਂ ਨੂੰ ਵੀ ਪਛਤਾਉਣਾ ਪਊਗਾ, ਪਖੰਡੀਆਂ ਨੂੰ ਵੀ ਪਛਤਾਉਣਾ ਪਊਗਾ, ਉਹਨਾਂ ਦੇ ਸੰਗੀਆਂ ਨੂੰ ਵੀ। ਸਰਦਾਵਾਨ ਲੱਭਤੇ ਗਿਆਨੰ, ਗੀਤਾ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸਰਦਾਵਾਨ ਹੀ ਗਿਆਨ ਨੂੰ ਪ੍ਰਾਪਤ ਹੁੰਦੇ ਨੇ। ਆਪਨ ਬਾਪੇ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਪਰਮਾਤਮਾ ਕਿਸੇ ਦੇ ਆਪਣੇ ਬਾਪ ਦਾ ਮੁੱਲ ਖਰੀਦਿਆ ਹੋਇਆ ਨਹੀਂ ਹੈ। ਜਿਹੜਾ ਸ਼ਰਧਾ ਧਾਰਦਾ ਉਸੇ ਦਾ ਹੀ ਆ ਪਰਮਾਤਮਾ। ਔਗਣਾ ਬੰਤੀਆਂ ਨੂੰ ਰੋਣਾ ਪੈਂਦਾ ਹੈ। ਜੇ ਲੋੜ ਹੈ ਵਰ ਕਾਮਣੀ, ਇਹ ਕਾਮਣੀ ਜੀਵ ਰੂਪ ਇਸਤਰੀ, ਜੇ ਤੈਨੂੰ ਆਪਣੇ ਵਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਸੁਖ ਨੂੰ ਲੋੜ ਹੈ, ਤੂੰ ਚਾਹੁੰਦੀ ਹੈ, ਤਾਂ ਫਿਰ ਕੀ ਕਰਨਾ ਪਏਗਾ? ਨਹ ਮਿਲਿਐ ਫਿਰ ਕੂਰ। ਫਿਰ ਝੂਠ ਬੋਲਣ ਦੇ ਨਾਲ ਨਹੀਂ ਰੱਬ ਮਿਲਣਾ। ਪਹਿਲਾਂ ਤਾਂ ਝੂਠ ਛੱਡ ਦੇ, ਚਾਹੇ ਕਿੱਡਾ ਹੀ ਨੁਕਸਾਨ ਹੋ ਜਾਵੇ, ਸੱਚ ਬੋਲਣਾ ਹੈ, ਝੂਠ ਦਾ ਤਿਆਗ ਕਰਦੇ। ਫਿਰ ਪਤੀ ਪਰਮੇਸ਼ਰ ਕੂੜ ਝੂਠ ਦੁਆਰਾ ਨਹੀਂ ਮਿਲਦਾ ਹੈ। ਕੂੜਿਆਂ ਪੁਰਖਾਂ ਨੂੰ ਤੇ ਪਤੀ ਬਣਾ ਲੈਣਾ, ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਹਦੇ ਨਾਲ। ਤੇ ਪੁਰਖਾਂ ਨੂੰ ਪਤੀ ਬਣਾ ਦੇ, ਸਾਡਾ ਤਾਂ ਮਾਲਕ ਇਹੀ ਨਹੀਂ, ਸਾਡਾ ਤਾਂ ਰੱਬ ਹੀ ਇਹੀ ਆਖੇ। ਮਹਾਂਪੁਰਖ ਤਤਵੇ ਤੇ ਗੁਣਵੰਤੀਆਂ ਇਸਤਰੀਆਂ ਦੀਆਂ ਨਿਆਈ ਨੇ। ਉਹ ਕਹਿੰਦੀਆਂ ਨੇ ਕਿ ਜੀਵ ਰੂਪ ਕਾਮਣੀ ਇਸਤਰੀ, ਜੇ ਤੂੰ ਅਕਾਲ ਪੁਰਖ ਨੂੰ ਵਰ ਚਾਹੁੰਦੀ ਹੈ ਤਾਂ ਫਿਰ ਝੂਠੇ ਪਦਾਰਥਾਂ ਦਾ ਤਿਆਗ ਕਰਕੇ ਕੂੜੇ ਪਦਾਰਥਾਂ 'ਚ ਨਾ ਲੱਗੋ। ਪਤੀ ਪਰਮੇਸ਼ਰ ਦੀ ਪ੍ਰਾਪਤੀ ਏਕੜ ਨਹੀਂ ਹੋ ਸਕਦੀ ਹੈ। ਕੂੜਿਆਂ ਭਾਵ ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਦੇ ਨਾਲ ਉਸ ਮਾਲਕ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਇਹਨਾਂ ਦੀ ਉਪਾਸਨਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰਾ ਸਕਦੀ ਹੈ। ਦੇਵੀ ਦੇਵਾ ਪੂਜੀਆ ਭਾਈ, ਕਿਆ ਮੰਗੋ ਕਿਆ ਦੇਹ। ਪਾਹਣ ਨੀਰ ਪਖਾਲੀਆ ਭਾਈ, ਜਲ ਮਹਿ ਬੂਢਹਤੇ ਹੈ। ਇਸ ਪ੍ਰਕਾਰ ਦੱਸਦੇ ਹਨ ਜੇ ਨਾ ਬੇੜੀ ਨਾ ਤੁਲਹੜਾ। ਜੀਵ ਰੂਪ ਇਸਤਰੀ ਦੇ ਲਈ ਤ੍ਰਿਸ਼ਨਾ ਰੂਪੀ ਨਦੀ ਨੂੰ ਤਰਨ ਵਾਸਤੇ ਭਗਤੀ ਰੂਪੀ ਬੇੜੀ ਨਹੀਂ ਹੈ, ਨਾ ਹੀ ਪ੍ਰੇਮ ਰੂਪ ਤੁਲਹੜਾ ਹੈ। ਤੁਲਾ ਪਾਣੀ ਤੋਂ ਪਾਰ ਹੋਣ ਦੇ ਲਈ ਰੱਸਿਆਂ ਦੇ ਨਾਲ ਉਹ ਬੰਨ ਕੇ ਨਾ ਲੱਕੜਾਂ ਬੇੜਾ ਬਣਾਇਆ ਜਾਂਦਾ, ਉਹਨੂੰ ਤੁਲਾ ਕਹਿੰਦੇ ਸੀ। ਆਸਾ ਰੂਪ ਨਦੀ ਪਾਰ ਲੰਘਣ ਵਾਸਤੇ ਅਪਾਸ਼ਨਾ ਰੂਪ ਬੇੜੀ ਜਾਂ ਸੁਭ ਇੱਛਾ ਸੁਵਿਚਾਰਨਾ ਸਤੋ ਅਪਾਦ ਆਦਿਕ ਸਤ ਭੂਮਿਕਾ ਰੂਪੀ ਬੇੜੀ ਨਹੀਂ ਹੈ। ਅਤੇ ਫਿਰ ਰਾਗ ਦਵੈਸ਼ ਰੂਪੀ ਨਾਲਿਆਂ ਨੂੰ ਤਰਨ ਵਾਸਤੇ ਪ੍ਰੇਮ ਰੂਪੀ ਤੁਲਨਾ ਵੀ ਤੇਰੇ ਕੋਲ ਨਹੀਂ ਹੈ। ਸੰਸਾਰ ਸਮੁੰਦਰ ਹੈ, ਕਿਵੇਂ ਤਰੇਗਾ ਤੂੰ? ਤੇ ਇਸ ਕਰਕੇ ਸਮੁੰਦਰ ਨੂੰ ਤਰਨ ਦੇ ਲਈ ਤੇਰੇ ਕੋਲ ਗਿਆਨ ਰੂਪੀ ਜਹਾਜ਼ ਨਹੀਂ ਹੈ। ਨਾ ਪਾਈਐ ਫਿਰ ਦੂਰ। ਫਿਰ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਪਰਮੇਸ਼ਰ ਜਿਹੜਾ ਦੂਰ ਹੈ, ਔਗਣਾ ਕਰਕੇ ਦੂਰ ਹੈ, ਅਗਿਆਨ ਕਰਕੇ ਦੂਰ ਹੈ, ਨਹੀਂ ਤਾਂ ਨੇੜੇ ਹੀ ਹੈ। ਪਤੀ ਪਰਮੇਸ਼ਰ ਤੋਂ ਜੀਵ ਰੂਪ ਇਸਤਰੀ ਫਿਰ ਦੂਰ ਹੀ ਰਹੂਗੀ, ਨੇੜੇ ਨਹੀਂ ਹੁੰਦੀ ਹੈ ਪ੍ਰਾਪਤੀ। ਮੇਰੇ ਠਾਕੁਰ ਪੂਰਾ ਤਖਤ ਅਡੋਲ। ਠਾਕਰ ਨਾਮ ਮਾਲਕ ਦਾ ਅਕਾਲ ਪੁਰਖ ਦਾ ਹੈ। ਹੇ ਮੇਰੇ ਠਾਕਰ ਅਕਾਲ ਪੁਰਖ ਵਾਹਿਗੁਰੂ, ਖਾਸ ਪੂਰੀ ਕਰਨ ਵਾਲੇ, ਸਾਰਿਆਂ ਨੂੰ ਪੈਦਾ ਕਰਨ ਵਾਲੇ, ਲੈਤਾ ਕਰਨ ਵਾਲੇ, ਆਪ ਸਰੂਪ ਰੂਪੀ ਤਖਤ ਉਤੇ ਪੂਰੇ ਅਡੋਲ ਇਸਤਤ ਹੋ ਤੁਸੀਂ। ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ। ਭਾਵ ਕੀ ਹੈ ਵੀ ਮਾਇਆ ਰੂਪੀ ਹਵਾ ਡੁਲਾ ਨਹੀਂ ਸਕਦੀ ਬਾਸ਼ਨਾ ਰੂਪ ਹੋ ਕੇ। ਆਪ ਹੀ ਪਦਾਰਥਾਂ ਦੀ ਖਿੱਚ ਕਾਲ ਦਾ ਭੈ ਇਹ ਵੀ ਨਹੀਂ ਡੁਲਾ ਸਕਦਾ ਉਹਨਾਂ ਨੂੰ। ਪੂਰੇ ਤਖਤ ਅਡੋਲ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕੇ ਕਾਲ ਹੈ। ਤੇ ਐਸਾ ਪਰਮੇਸ਼ਰ ਵਾਹਿਗੁਰੂ ਆਪ ਸੁਤੇ ਪ੍ਰਕਾਸ਼ ਹੈ, ਅਧਿਸ਼ਠਾਨ ਰੂਪ ਹਾਂ ਦੀ। ਐਸੇ ਤਖਤ ਤੇ ਅਡੋਲ ਬਿਰਾਜਮਾਨ ਹੋ। ਗੁਰਮੁਖ ਪੂਰਾ ਜੇ ਕਰੇ। ਤੇ ਅਕਾਲ ਪੁਰਖ ਦਾ ਪੂਰੇ ਤਖਤ ਅਡੋਲ। ਬਾਕੀ ਰਾਜਿਆਂ ਦੇ ਤਖਤ ਤਾਂ ਡੋਲਣ ਵਾਲੇ ਹੀ ਨੇ ਸਾਰੇ। ਉਹ ਪੂਰਾ ਹੈ, ਉਹਦਾ ਤਖਤ ਨਹੀਂ ਡੋਲਦਾ। ਆ ਕੁਰਸੀਆਂ ਦਾ ਫਿਕਰ ਪਿਆ ਹੀ ਰਹਿੰਦਾ ਹੈ, ਹਰ 5 ਸਾਲ ਬਾਅਦ ਤਾਂ ਪੈਂਦਾ ਹੀ ਪੈਂਦਾ ਇਹਨਾਂ ਨੂੰ ਸਾਰਿਆਂ ਨੂੰ। ਤੇ ਉਹ ਤਖਤ ਅਡੋਲ ਹੈ। ਜਾਂ ਫਿਰ ਸਰੂਪ ਦੀ ਪ੍ਰਾਪਤੀ ਰੂਪੀ ਤਖਤ ਉਹਦੇ ਤੇ ਅਡੋਲ ਹੋ ਜਾਂਦੇ ਨੇ। ਤੇ ਗੁਰਮੁਖ ਪੂਰਾ ਜੇ ਕਰੇ। ਆਪ ਸੁਤੇ ਪ੍ਰਕਾਸ਼ ਨੇ ਅਧਿਸ਼ਠਾਨ ਰੂਪੀ ਤਖਤ ਤੇ ਬਿਰਾਜਮਾਨ ਹੈ। ਜੇ ਗੁਰਮੁਖ ਮੁਖੀ ਗੁਰੂ ਸਾਹਿਬ ਦਾ ਉਪਦੇਸ਼ ਦੇ ਦੇਣ, ਗੁਰਮੁਖ ਪੂਰਾ ਜੇ ਕਰੇ, ਕੀ ਕਰੇ? ਮੁਖੀ ਗੁਰੂ ਸਾਹਿਬ ਉਪਦੇਸ਼ ਦੇ ਦੇਣ ਗੁਰਾਂ ਦੇ ਮੁਖ ਦੁਆਰਾ।
ਗੁਰਮੁਖ ਪੁਰਸ਼ ਉਪਦੇਸ਼ ਅਵਧਾਰਨ ਕਰ ਲੈਣ ਪੂਰੇ ਸਤਿਗੁਰੂ ਮਹਾਰਾਜ ਸਾਹਿਬ ਦਾ, ਜੇਕਰ ਗੁਰਮੁਖ ਬਣਾ ਦੇਣ ਪਾਈਐ ਸਾਚ ਅਤੋਲ, ਉਹ ਗੁਰਮੁਖ ਫਿਰ ਅਤੋਲ ਤੋਲਣ ਤੋਂ ਰਹਿਤ ਸਾਚ ਸੱਚਾ ਪਰਮੇਸ਼ਰ ਹੈ, ਜਿਹੜਾ ਬੁੱਧੀ ਰੂਪ ਤਕੜੀ ਤਰਾਜੂ ਸ਼ਾਸਤਰ ਰੂਪ ਪ੍ਰਮਾਣ ਰੂਪੀ ਬੱਟੇ ਇਹਨਾਂ ਦੁਆਰਾ ਤੋਲਿਆ ਨਹੀਂ ਜਾ ਸਕਦਾ। ਪਾਈਐ ਉਹ ਪ੍ਰਾਪਤ ਹੋ ਜਾਂਦਾ ਹੈ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਹਾਂ ਜੀ, ਪ੍ਰਭ ਹਰਵੰਦਰ ਸੋਹਣਾ, ਤੇ ਪ੍ਰਭੂ ਮਾਲਕ ਪਰਮੇਸ਼ਰ ਦਾ ਸਤਸੰਗਤ ਰੂਪੀ ਇਹ ਹੈ ਮੰਦਰ ਜਿੱਥੇ ਆਪ ਜੀ ਬੈਠੇ ਹੋ, ਆਪਾਂ ਸਾਰੇ ਬੈਠੇ ਹਾਂ। ਸੋਹਣਾ ਮੰਦਰ ਹੈ ਇਹ, ਤੇ ਐਸਾ ਜਿਹੜਾ ਮੰਦਰ ਹੈ ਜੀ ਜਿਸ ਮਹਿ ਮਾਨਕ ਲਾਲ, ਉਹਦੇ ਮਹਿ ਕਹੀਏ ਵਿੱਚ ਸਰਬਣ ਮੰਨਣ ਅਧਿਆਸਨ ਰੂਪੀ ਮਾਨਕ ਪ੍ਰੇਮ ਰੂਪੀ ਲਾਲ ਜੜੇ ਹੋਏ ਨੇ ਸਤਸੰਗਤ ਦੇ ਅੰਦਰ। ਇਹ ਮੰਦਰ ਹੈ, ਇਹ ਮੰਦਰ ਦੇ ਵਿੱਚ ਇਹ ਕੰਧਾਂ ਦੇ ਉੱਤੇ ਮੰਦਰ ਦੇ ਵਿੱਚ ਇਹ ਸ਼ੁਭ ਗੁਣ ਜੜੇ ਹੋਏ ਹਨ, ਉਹਨਾਂ ਦਾ ਪ੍ਰਭਾਵ ਪੈਂਦਾ ਹੈ। ਮੋਤੀ ਹੀਰਾ ਨਿਰਮਲਾ, ਬੈਰਾਗ ਰੂਪੀ ਮੋਤੀ ਤੇ ਗਿਆਨ ਰੂਪੀ ਨਿਰਮਲਾ ਉਜਲ ਕਰਨ ਵਾਲਾ ਹੀਰਾ ਹੈ। ਕੰਚਨ ਕੋਟ ਰੀਸਾਲ, ਸੁਧ ਕੰਚਨ ਸੋਨੇ ਦਾ ਕੋਟ ਕਿਲੇ ਵਰਗਾ ਇਹ ਸੁੰਦਰ ਸਤਸੰਗਤ ਰੂਪੀ ਹਰਮੰਦਰ ਹੈ ਵਾਹਿਗੁਰੂ ਦਾ। ਇਹ ਵਾਹਿਗੁਰੂ ਦਾ ਹਰਮੰਦਰ ਹੈ। ਪ੍ਰਭ ਹਰਮੰਦਰ ਸੋਹਣਾ, ਇਹ ਸੋਹਣਾ ਮੰਦਰ ਹੈ ਉਸ ਦਾ। ਬਿਨ ਪੌੜੀ ਗੜ ਕਿਉਂ ਚੜੋ, ਇਸ ਸਤਸੰਗਤ ਰੂਪੀ ਗੜ ਕਿਲੇ ਉੱਪਰ, ਇਹਨੂੰ ਕਿਲੇ ਦੇ ਰੂਪ ਚ ਕਹਿੰਦੇ ਨੇ। ਹੁਣ ਇਹ ਕਿਲੇ ਦੀ ਜੇ ਸ਼ਰਧਾ ਹੀ ਨਹੀਂ ਹੋਊਗੀ ਤਾਂ ਫਿਰ ਭਾਈ ਸ਼ਰਧਾ ਰੂਪੀ ਪੌੜੀ ਤੋਂ ਬਿਨ ਬਗੈਰ ਜਿਗਿਆਸੂ ਕਿਉਂ ਕਿਸ ਪ੍ਰਕਾਰ ਚੜ ਸਕਦਾ ਹੈ, ਭਾਵ ਨਹੀਂ ਚੜ ਸਕਦਾ। ਪਰੰਤੂ ਜੇਕਰ ਵਾਹਿਗੁਰੂ ਇਹ ਕਿਰਪਾ ਕਰ ਦੇਵੇ ਜੇ ਗੁਰ ਹਰ ਧਿਆਨ ਨਿਹਾਲ, ਜੇਕਰ ਹਰ ਪਰਮੇਸ਼ਰ ਦਾ ਸਰੂਪ ਕੌਣ ਹੈ? ਗੁਰੂ ਸਤਿਗੁਰੂ। ਉਹਦੇ ਦੁਆਰਾ ਦੱਸੇ ਹੋਏ ਸਾਧਨਾਂ ਦਾ ਧਿਆਨ ਖਿਆਲ ਕਰਕੇ ਸ਼ਰਧਾ ਰੂਪੀ ਪੌੜੀ ਰਾਹੀਂ ਸਤਸੰਗਤ ਰੂਪੀ ਕਿਲੇ ਤੇ ਚੜ ਕੇ ਸੱਚ ਸਰੂਪ ਨੂੰ ਨਿਹਾਰ ਲੈਂਦਾ, ਦੇਖ ਲੈਂਦਾ। ਰਾਰਾ ਤੇ ਲੱਲਾ ਸਵਰਨੀ ਅੱਖਰ ਨੂੰ ਨਿਹਾਰ ਲੈਂਦਾ, ਦੇਖ ਲੈਂਦਾ, ਜਾਂ ਨਿਹਾਲ ਦੁੱਖ ਰਹਿਤ ਪਦਵੀ ਪ੍ਰਾਪਤ ਹੋ ਜਾਂਦੀ ਹੈ। ਇਹ ਤਿੰਨ ਭਗਤੀਆਂ ਪ੍ਰਭ ਹਰਮੰਦਰ, ਫਿਰ ਬੋਲੋ ਜੀ, ਪ੍ਰਭ ਹਰਮੰਦਰ ਸੋਹਣਾ, ਜੋ ਰਿਦੇ ਰੂਪੀ ਹਰਮੰਦਰ ਪ੍ਰਭੂ ਦੀ ਪ੍ਰਾਪਤੀ ਲਈ ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਦੇ ਸਹਿਤ ਇਹ ਸੋਹਣਾ ਮੰਦਰ ਸੋਭਨੀਕ ਹੈ। ਇਸ ਮਹਿਮਾਨਕ ਲਾਲ, ਇਹ ਮਨੁੱਖਾ ਸਰੀਰ ਰੂਪੀ ਪਰਮੇਸ਼ਰ ਦੀ ਪ੍ਰਾਪਤੀ ਲਈ ਸੋਭਨੀਕ ਹਰਮੰਦਰ ਹੈ। ਇਹਦੇ ਚ ਜਿਹੜਾ ਚਿੱਤ ਦਾ ਸੁੱਧ ਹੋਣਾ ਇਹ ਮਾਨਕ ਹੈ, ਪ੍ਰੇਮ ਪੈਦਾ ਹੋਣਾ ਇਹ ਲਾਲਾਂ ਦੀ ਨਿਆਈ ਹੈ ਜੀ। ਮੋਤੀ ਹੀਰਾ ਨਿਰਮਲਾ, ਜੋ ਤਰਤੀਬਰ ਤਰਤਮ ਬੈਰਾਗ ਹੈ ਇਹ ਪੈਦਾ ਹੋਣਾ ਇਹ ਮੋਤੀ ਹੈ। ਹਰੀ ਦਾ ਨਾਮ ਪਰਮੇਸ਼ਰ ਦਾ ਉਹ ਹੀਰਾ ਹੈ। ਕਬੀਰ ਹਰ ਹੀਰਾ ਜਨ ਜੌਹਰੀ, ਜੋ ਨਿਰਮਲਾ ਮਾਇਆ ਤੋਂ ਰਹਿਤ ਕਰਨ ਵਾਲਾ ਹੈ। ਕੰਚਨ ਕੋਟ ਰੀਸਾਲ, ਉਜਲ ਕਰਨ ਵਾਲਾ ਹੈ। ਜਿਵੇਂ ਕੰਚਨ ਸੋਨੇ ਦਾ ਕੋਟ ਕਿਲਾ ਹੁੰਦਾ ਹੈ, ਇਉਂ ਚਤੁਸ਼ਟਾ ਅੰਤःਕਰਨ ਸ਼ੁੱਧ ਹੋ ਜਾਂਦਾ ਹੈ। ਫਿਰ ਰੀਸਾਲ ਸੁੰਦਰ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ। ਬਿਨ ਪੌੜੀ ਗੜ ਕਿਉਂ ਚੜੋ, ਇਹ ਭੂਮਿਕਾ ਰੂਪੀ ਪੌੜੀ, ਇਹ ਜਿਹੜੀ ਹੈ ਭੂਮਿਕਾ ਰੂਪੀ ਪੌੜੀ ਬਗੈਰ ਕਿਵੇਂ ਕੋਈ ਬ੍ਰਹਮ ਗਿਆਨ ਰੂਪੀ ਕਿਲੇ ਤੇ ਚੜ ਜਾਊਗਾ? ਨਹੀਂ ਚੜ ਸਕਦਾ ਹੈ, ਚੜ ਨਹੀਂ ਹੋ ਸਕਦਾ ਹੈ। ਪਰ ਜੇਕਰ ਗੁਰ ਹਰ ਧਿਆਨ ਨਿਹਾਲ, ਅਕਾਲ ਪੁਰਖ ਦਾ ਸਰੂਪ ਸਤਿਗੁਰੂ ਦੁਆਰਾ ਜੇ ਨਾਮ ਵਿੱਚ ਧਿਆਨ ਲੱਗ ਜਾਵੇ, ਫਿਰ ਭੂਮਿਕਾ ਰੂਪੀ ਪੌੜੀਆਂ ਦੁਆਰਾ ਬ੍ਰਹਮ ਗਿਆਨ ਰੂਪੀ ਕਿਲੇ ਦੇ ਤੇ ਚੜ ਸਕਦਾ ਹੈ। ਇਸੇ ਪ੍ਰਕਾਰ ਜੇ ਪ੍ਰਭ ਹਰਮੰਦਰ ਸੋਹਣਾ, ਜੋ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲਾ ਮੰਦਰ ਅਧਿਸ਼ਾਨ ਰੂਪ ਇਹ ਸੋਹਣਾ ਮੰਦਰ ਹੈ ਪਰਮੇਸ਼ਰ ਦਾ। ਜਿਸ ਮਹਿਮਾਨ ਕਲਾਲ, ਉਹ ਗੁਰਮੁਖ ਹੈ, ਉਹ ਧਿਆਨ ਦੇ ਵਿੱਚ ਜੁੜਦੇ ਐ, ਮਾਨਕ ਦੀ ਨਿਆਈ ਸਰਵਣ ਮੰਨ ਅਧਿਆਸਨ ਕਰਦੇ ਹੋਏ ਪਰਮੇਸ਼ਰ ਦੇ ਲਾਲ ਪਿਆਰੇ ਹੋ ਜਾਂਦੇ ਨੇ। ਮੋਤੀ ਹੀਰਾ ਨਿਰਮਲਾ, ਇਹ ਨਾਮ ਰੂਪੀ ਹੀਰੇ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਐ ਅਤੇ ਹੋਰਨਾਂ ਨੂੰ ਵੀ ਮਾਇਆ ਤੋਂ ਨਿਰਮਲ ਮੈਲ ਤੋਂ ਰਹਿਤ ਕਰਨ ਵਾਲੇ ਨਿਰਮਲੇ ਉਜਲ ਹੋ ਜਾਂਦੇ ਹਨ। ਕੰਚਨ ਕੋਟ ਰੀਸਾਲ, ਕਿਉਂਕਿ ਉਹਨਾਂ ਦੇ ਸੋਨੇ ਦੇ ਕਿਲੇ ਦੀ ਤਰ੍ਹਾਂ ਸੁੰਦਰ ਸੁਭਾਅ ਸ਼ੁਭ ਗੁਣ ਉਹਨਾਂ ਦੇ ਸਹਿਤ ਹੋ ਜਾਂਦੇ ਨੇ, ਸੁੱਧ ਸਰੂਪ ਦਾ ਘਰ ਬਣ ਜਾਂਦੇ ਹਨ। ਬਿਨ ਪੌੜੀ ਗੜ ਕਿਉਂ ਚੜੋ, ਬ੍ਰਹਮ ਵਿਦਿਆ ਰੂਪੀ ਪੌੜੀ ਤੋਂ ਬਿਨਾ ਬਗੈਰ ਬ੍ਰਹਮ ਦੀ ਪ੍ਰਾਪਤੀ ਰੂਪੀ ਕਿਲੇ ਤੇ ਕਿਵੇਂ ਕੋਈ ਚੜ ਜਾਊਗਾ? ਚੜ ਨਹੀਂ ਸਕਦਾ, ਭਾਵ ਨਹੀਂ ਚੜ ਸਕਦਾ ਹੈ। ਗੁਰ ਹਰ ਧਿਆਨ ਨਿਹਾਲ, ਜੇਕਰ ਪਰਮੇਸ਼ਰ ਸਰੂਪ ਗੁਰਾਂ ਦੁਆਰਾ ਧਿਆਨ ਲਾਵੇ, ਬ੍ਰਹਮ ਵਿਦਿਆ ਰੂਪੀ ਪੌੜੀ ਦੁਆਰਾ ਬ੍ਰਹਮ ਦੀ ਪ੍ਰਾਪਤੀ ਰੂਪੀ ਕਿਲੇ ਤੇ ਚੜ ਕੇ
ਉਹਦੇ ਸਰੂਪ ਨੂੰ ਵੇਖ ਲੈਂਦਾ। ਇਸੇ ਤਰ੍ਹਾਂ ਜੇ ਪ੍ਰਭ ਹਰਵੰਦਰ ਸੋਹਣਾ, ਇਹ ਚੌਥਾ ਅਰਥ ਹੈ ਇਹਨਾਂ ਪੰਕਤੀਆਂ ਦਾ। ਪਰਮੇਸ਼ਰ ਦਾ 10ਵਾਂ ਦੁਆਰ ਰੂਪੀ ਹਰਮੰਦਰ ਸੋਹਣਾ ਸੋਭਨੀਕ ਹੈ। ਇਹ ਯੋਗ ਮਤ ਅਨੁਸਾਰ ਜੋਗੀਆਂ ਦੇ ਕੰਮ ਆਉਣ ਵਾਲਾ ਜਾਣਕਾਰੀ ਵਾਸਤੇ ਮਹਾਰਾਜ ਦਿੰਦੇ ਹੈ। ਕਹਿੰਦੇ 10ਵਾਂ ਦੁਆਰ ਰੂਪੀ ਹਰਮੰਦਰ ਬੜਾ ਸੋਹਣਾ ਸੋਭਨੀਕ ਹੈ ਤੇ ਉਸ ਦੇ ਵਿੱਚ ਜਿਸ ਮਹਿਮਾਨ ਕਲਾਲ, ਉਹਦੇ ਵਿੱਚ ਜੋ ਮਿੱਝ ਦੀਆਂ ਬੋਟੀਆਂ ਚਮਕਦੀਆਂ ਨਾ ਜਦੋਂ ਸੁਰਤ ਜਾਂਦੀ ਆ 10ਵਾਂ ਦੁਆਰ, ਉਹ ਮਾਣਕ ਦੀ ਨਿਆਈ ਨਾ। ਲਾਲ ਰੰਗ ਦੀਆਂ ਬੋਟੀਆਂ ਨੇ ਉਹ ਲਾਲਾਂ ਦੀ ਨਿਆਈ ਹਨ। ਮੋਤੀ ਹੀਰਾ ਨਿਰਮਲਾ, ਜੋ ਮਿੱਝ ਦੇ ਨਿੱਕੇ ਨਿੱਕੇ ਕਿਣਕੇ ਪ੍ਰਤੀਤ ਹੁੰਦੇ ਆ 10ਵਾਂ ਦੁਆਰ ਵਿੱਚ, ਉਹ ਚਿੱਟੇ ਮੋਤੀਆਂ ਦੀ ਨਿਆਈ ਹਨ। ਤੇ ਇਸ ਪ੍ਰਕਾਰ ਫਿਰ ਜਿਹੜੇ ਨੀਲੇ ਹਰੇ ਰੰਗ ਦੇ ਕਿਣਕੇ ਦਿਸਦੇ ਆ, ਇਹ ਫਿਰ ਹੀਰਿਆਂ ਦੀ ਨਿਆਈ ਉਹ 10ਵਾਂ ਦੁਆਰ ਦੇ ਵਿੱਚ ਦਿਸਦੇ ਐ। ਕੰਚਨ ਕੋਟ ਰੀਸਾਲ, ਨਿਰਮਲਾ ਉਜਲ ਚਿੱਟਾ ਪ੍ਰਕਾਸ਼ ਹੈ ਉੱਥੇ। ਸੋਨੇ ਦੇ ਕੋਟ ਦੀ ਨਿਆਈ ਸੁੰਦਰ ਦਿਸਦਾ ਹੈ। ਐਸਾ ਸੋਹਣੇ ਵਰਗਾ 10ਵਾਂ ਦੁਆਰ ਰੂਪੀ ਰੀਸਾਲ ਸੁੰਦਰ ਕਿਲਾ ਬਣਿਆ ਹੋਇਆ ਹੈ। ਦਿਨ ਪੌੜੀ ਗੜ ਕਿਉ ਚੜੋ, 10ਵਾਂ ਦੁਆਰ ਰੂਪੀ ਗੜ ਕਿਲੇ ਦੇ ਉੱਪਰ ਚੜਨ ਵਾਸਤੇ ਪ੍ਰਾਣਾ ਰੂਪ ਰੂਪੀ ਪੌੜੀ ਹੈ। ਉਹ ਤੋਂ ਬਗੈਰ ਜੋਗੀ ਨਹੀਂ ਚੜ ਸਕਦੇ। ਭਾਵ ਕਿਵੇਂ ਚੜੋਗੇ, ਇਹ ਯੋਗ ਮਤ ਦਾ ਵੀ ਉਪਦੇਸ਼ ਨਾਲ ਦਿੱਤਾ ਮਹਾਰਾਜ ਨੇ। ਪਰ ਜੇਕਰ ਗੁਰ ਹਰ ਧਿਆਨ ਨਿਹਾਲ, ਜੇਕਰ ਗੁਰੂ ਰੂਪ ਜੋਗੀ ਉਹਨਾਂ ਦੁਆਰਾ ਹਰ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਧਰੇ, ਫਿਰ ਪ੍ਰਾਣਾਜਾਰ ਰੂਪੀ ਪੌੜੀ ਦੁਆਰਾ 10ਵਾਂ ਦੁਆਰ ਰੂਪੀ ਕਿਲੇ ਦੇ ਉੱਤੇ ਉਹ ਸਰੂਪ ਦੀ ਸਿਖਿਆਤਾ ਦੇਖ ਕੇ ਨਿਹਾਲ ਹੋ ਜਾਂਦਾ ਹੈ, ਨਿਹਾਰ ਲੈਂਦਾ ਹੈ। ਤੇ ਇਸ ਪ੍ਰਕਾਰ ਇਹ ਅਵਸਥਾ ਨੇ। ਤੇ ਗੁਰਸਿੱਖਾਂ ਨੂੰ ਯੋਗ ਅਭਿਆਸ ਤੋਂ ਵਰਜਿਆ ਮਹਾਰਾਜ ਨੇ। ਪ੍ਰਸਾਦ ਸਿੰਘ ਜੀ, ਗੁਰਪੁਰਬ ਦਾ ਸਮਾਂ ਸੀ ਪਟਨਾ ਸਾਹਿਬ, ਵੱਡੇ ਜਥੇ ਵੇਲੇ ਦਾ ਬਚਨ ਹੈ। ਤੇ ਉੱਥੇ ਇੱਕ ਭਾਈ ਬੇਲਾ ਸਿੰਘ ਆਇਆ, ਹੋਤੀ ਮਰਦਾਨ ਵਾਲੇ ਸੰਤਾਂ ਮਹਾਂਪੁਰਖਾਂ ਦਾ ਸੰਗੀ ਸੀ। ਬਾਬਾ ਜਵਾਲਾ ਸਿੰਘ ਦੀ ਵੀ ਸੰਗਤ ਕੀਤੀ ਤੇ ਹਰਖਵਾਲੀ ਮਹਾਂਪੁਰਖਾਂ ਦੀ। ਉਹਨਾਂ ਮਹਾਂਪੁਰਖਾਂ ਨੂੰ ਦੱਸਿਆ, ਕਹਿੰਦੇ ਜਦ ਮੈਂ ਧਿਆਨ ਲਾਉਣਾ, ਬਿਰਤੀ ਟਿਕਾਉਣਾ, ਤਾਂ ਮੈਨੂੰ ਕਹਿੰਦੇ ਸਫੈਦ ਰੰਗ ਦਾ ਚਿੱਟਾ ਪ੍ਰਕਾਸ਼ ਦਿਸਦਾ ਹੈ, ਫਿਰ ਲਾਲ ਰੰਗ ਹੋ ਜਾਂਦਾ ਹੈ। ਸੰਤਾਂ ਨੂੰ ਕੱਲਿਆਂ ਨੂੰ ਦੱਸ ਰਿਹਾ ਹੈ। ਸੁਨਹਿਰੀ ਰੰਗ ਹੋ ਜਾਂਦਾ ਹੈ, ਇੱਕ ਸੁਨਹਿਰੀ ਫਿਰ ਸਿੰਘਾਸਣ ਬਣ ਜਾਂਦਾ ਹੈ। ਉਹ ਅਭਿਆਸੀਆਂ ਦੇ ਐਸੇ ਕਰਤਮ, ਉਹ ਸਿੰਘਾਸਣ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਮੈਨੂੰ ਦਿਸਦੇ ਹੈ। ਫਿਰ ਕਦੇ ਕਦੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਧਿਆਨ ਦੇ ਵਿੱਚ ਮੇਰੇ ਪ੍ਰਤੱਖ ਹੋ ਜਾਂਦੇ ਨੇ। ਮੇਰੇ ਨਾਲ ਬਚਨ ਵਿਲਾਸ ਵੀ ਮਹਾਰਾਜ ਸਾਹਿਬ ਜੀ ਕਰਦੇ ਆ। ਕਹਿੰਦੇ ਇੱਕ ਦਿਨ ਸਤਿਗੁਰੂ ਮਹਾਰਾਜ ਨੇ ਮੈਨੂੰ ਪੁੱਛਿਆ, ਕਹਿੰਦੇ ਭਾਈ ਸਿੱਖਾ ਵੀ ਦੱਸ ਹੁਣ ਤੂੰ ਕੀ ਚਾਹੁੰਦਾ ਹੈ। ਕਹਿੰਦਾ ਮਹਾਰਾਜ ਮੈਂ ਕਿਹਾ ਵੀ ਤੁਹਾਡੇ ਦਰਸ਼ਨ ਹੋ ਗਏ, ਮੈਨੂੰ ਹੋਰ ਤਾਂ ਕੁਝ ਨਹੀਂ ਚਾਹੀਦਾ। ਤਾਂ ਮਹਾਰਾਜ ਸਾਹਿਬ ਸਤਿਗੁਰੂ ਜੀ ਨੇ ਕਿਹਾ, ਕਹਿੰਦੇ ਅੱਛਾ ਜੇ ਕੁਝ ਨਹੀਂ ਚਾਹੀਦਾ, ਸਰੀਰ ਤਿਆਗ ਕੇ ਫਿਰ ਸਾਡੇ ਸਰੂਪ ਦੇ ਵਿੱਚ ਲੀਨ ਹੋ ਜਾਏਗਾ, ਤੂੰ ਜੰਮਣ ਮਰਨ ਚ ਨਹੀਂ ਜਾਏਗਾ। ਇਹ ਅਲੌਕਿਕ ਕੌਤਕ ਘਟਨਾਵਾਂ ਸਿੱਖਾਂ ਦੇ ਨਾਲ ਘਟਦੀਆਂ ਨਾ, ਪਿੱਛੇ ਵੀ ਘਟੀਆਂ, ਹੁਣ ਵੀ ਘਟ ਰਹੀਆਂ। ਸਤਿਗੁਰਾਂ ਦਾ ਪ੍ਰਤਾਪ। ਤੇ ਇਸੇ ਤਰ੍ਹਾਂ ਜਿਹੜੀਆਂ ਇਹ ਘਟਨਾਵਾਂ ਅਲੌਕਿਕ ਵਰਤਦੀਆਂ ਨੇ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਹੀ ਕਰਨ। ਇਹ ਸਹਾਰ ਨਹੀਂ ਹੁੰਦਾ, ਇਹ ਪ੍ਰਤਾਪ ਸਹਾਰਨਾ ਬੜਾ ਔਖਾ ਹੈ। ਕਈ ਬੇਹੋਸ਼ ਹੋ ਜਾਂਦੇ ਨੇ ਅਲੌਕਿਕ ਖੇਡਾਂ ਦੇਖ ਕੇ, ਸੁਰਤ ਗਵਾ ਬੈਠਦੇ ਆ। ਹਜੂਰ ਸਾਹਿਬ ਇੱਕ ਦਿੱਲੀ ਤੋਂ ਸਾਧ ਸਿੰਘ ਜੀ ਗੁਰਮੁਖ ਰੂਹ, ਬਹੁਤ ਬੰਦਗੀ ਸੀ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਬਚਨ ਹੈ ਵੀ ਹਜੂਰ ਸਾਹਿਬ ਹਾਜ਼ਰ ਨਾਜ਼ਰ ਹੋ। ਮਹਾਰਾਜ ਦੇ ਬਚਨ ਭਾਈ ਉੱਥੇ ਕਲਾ ਵਰਤਦੀ ਹੈ, ਕਿਉਂਕਿ ਮਰਜ਼ਾਦਾ ਹੈ। ਉਹ ਪੁਰਾਤਨ ਮਰਜ਼ਾਦਾ ਕਾਇਮ ਰੱਖੀ ਬੈਠੇ ਨੇ ਹੁਣ ਤੱਕ। ਇਸ ਕਰਕੇ ਉਹ ਜਿਸ ਵੇਲੇ ਜਾ ਕੇ ਉਹਨੇ ਬੜਾ ਆਰਾਧਨ ਕੀਤਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੱਖ ਕਿਤੇ ਦਰਸ਼ਨ ਹੋ ਗਏ। ਦਰਸ਼ਨ ਹੋ ਕੇ ਬੇਹੋਸ਼ ਹੋ ਗਈ ਸਾਜੀ ਉਹ ਗੁਰਮੁਖ ਆਤਮਾ, ਬੜੀ ਦੇਰ ਤੱਕ ਹੋਸ਼ ਹੀ ਨਾ ਪਰਤੀ। ਫਿਰ ਸਾਧ ਸਿੰਘ ਜੀ ਸੰਗਤ ਦੇ ਵਿੱਚ ਖੜ ਕੇ ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ ਸੀ, ਇਹ ਪੁਰਾਣੇ ਸਮੇਂ ਦੀ ਗੱਲ ਹੈ, ਤਾਂ ਉਹਦੀ ਹੋਸ਼ ਪਰਤੀ ਸੀ। ਐਸੀਆਂ ਖੇਡਾਂ ਵਰਦੀਆਂ। ਤੋ 10ਵਾਂ ਦੁਆਰ ਜਿੱਥੇ ਯੋਗੀ ਪ੍ਰਾਣਾਯਾਮ ਦੁਆਰਾ ਜਾਂਦੇ ਆ, ਉੱਥੇ ਗੁਰਸਿੱਖ ਸੁਤੇ ਸਥਿਤ ਚਲੇ ਜਾਂਦੇ ਨੇ। ਧਨੌਲੇ ਦੇ ਬਾਬਾ ਕਾਹਨ ਸਿੰਘ ਜੀ ਹੁੰਦੇ, ਸੰਤ ਬਾਬਾ ਅਤਰ ਸਿੰਘ ਮਹਾਂਪੁਰਖਾਂ ਦੀ ਸੰਗਤ ਕੀਤੀ। ਮੈਨੂੰ ਆਪ ਦੱਸਿਆ ਉਹਨਾਂ ਨੇ। ਤੇ ਕਹਿੰਦੇ ਮੇਰੇ ਮਨ ਦੇ ਵਿੱਚ ਮੈਂ 10ਵਾਂ ਦੁਆਰ ਦੇਖਣਾ ਹੈ। ਤੇ ਦਮਦਮਾ ਸਾਹਿਬ ਉੱਥੇ ਸੇਵਾ ਚੱਲੀ ਤੇ ਮਹਾਂਪੁਰਖ ਬੈਠੇ ਸੇਵਾ ਕਰਾ ਰਹੇ ਸੀ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਕਾਹਨ ਸਿਆਂ ਬਹੁਤ ਸੇਵਾ ਕਰੀਏ ਤੈਂ ਘਰ ਵੇਚ ਕੇ ਵੀ ਮਸਤੂਆਂ ਨੇ, ਜ਼ਮੀਨ ਵੀ ਉੱਥੇ, ਤਨ ਮਨ ਤਨ ਤੈਂ ਸੱਚੀ ਮੁੱਚੀ ਸੌਂਪ ਦਿੱਤਾ। ਕਹਿੰਦੇ ਵੀ ਮੰਗ ਲੈ, ਜੇ ਕੋਈ ਮੰਗਣਾ ਮੈਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੇ ਦੂੰ ਤੈਨੂੰ। ਕਹਿੰਦਾ ਮਹਾਰਾਜ 10ਵਾਂ ਦੁਆਰ ਦੇਖਣਾ ਹੈ। ਕਹਿੰਦੇ ਕੋਈ ਹੋਰ ਮੰਗ ਲੈ। ਕਹਿੰਦੇ ਜੀ ਹੋਰ ਤਾਂ ਕੁਝ ਨਹੀਂ ਮੰਗਣਾ। ਦੂਈ ਵਾਰ ਫੇਰ ਸੰਤ ਕਹਿੰਦੇ ਮੰਗ ਲੈ ਕੁਛ। ਕਹਿੰਦਾ ਜੀ 10ਵਾਂ ਦੁਆਰ। ਕਹਿੰਦੇ ਉੱਥੇ ਖੜਾ ਹੈ ਜੇ, ਕਹਿੰਦਾ ਉਹੀ ਦੇਖਣਾ ਹੈ। ਤੀਸਰੀ ਵਾਰ ਸੰਤ ਕਹਿੰਦੇ ਵੀ ਤੀਸਰਾ ਬਚਨ ਹੈ ਕਾਹਨ ਸਿਆਂ। ਕਹਿੰਦਾ ਜੀ 10ਵਾਂ ਦੁਆਰ ਵੇ। ਕਹਿੰਦੇ ਉਹ ਕੀ ਤੂੰ ਮੰਗਿਆ। ਕਹਿੰਦੇ ਚੱਲ ਕੋਈ ਨਹੀਂ ਫਿਰ ਜਾ, ਹੁਣ ਤੇਰਾ ਬਚਨ ਸੀ ਇਹ,
ਵੀ ਤੈਨੂੰ ਦਸਮ ਦੁਆਰ ਦੇ ਦਰਸ਼ਨ ਹੋ ਜਾਣ। ਉਹ ਮੈਨੂੰ ਕਹਿੰਦਾ ਮੈਂ ਜਦੋਂ ਧਿਆਨ ਦੇ ਵਿੱਚ ਬੈਠਿਆ, ਇੱਕ ਦਿਨ ਆਪਣੇ ਆਪ ਕੜਕ ਦੇ ਕੇ ਕਹਿੰਦਾ ਜਿਹੜਾ ਮੇਰੇ ਸਵਾਸ ਸੀ ਉਹ ਦਸਮ ਦੁਆਰ ਦੇ ਵਿੱਚ ਜਾ ਟਿਕੇ, ਸਰੀਰ ਬੈਠਾ ਰਿਹਾ ਉਸੇ ਤਰ੍ਹਾਂ। ਕਹਿੰਦਾ ਜਥੇਦਾਰ ਭਰਾਵਾ ਮੈਨੂੰ ਤਾਂ ਇਹੋ ਜਿਹਾ ਹਿਸਾਬ ਆਇਆ, ਜਦੋਂ ਜੀ ਕਰਦਾ ਉਦੋਂ ਹੀ ਦਸਮ ਦੁਆਰ ਚਲਿਆ ਜਾਣਾ, ਪਰ ਕਹਿੰਦਾ ਉਹ ਮੈਂ ਜਾ ਕੇ ਦੇਖ ਲਿਆ, ਨਾਮ ਵਰਗਾ ਆਨੰਦ ਨਹੀਂ ਹੈਗਾ। ਇਸ ਕਰਕੇ ਯੋਗ ਮਤ ਵਾਲੇ ਜਿਹੜੇ ਪੁਰਾਣਾ ਜਾਮ ਦੁਆਰਾ ਜਾਂਦੇ ਆ, ਉੱਥੇ ਭਾਈ ਗੁਰੂ ਦੀ ਕਿਰਪਾ ਤੇ ਮਹਾਂਪੁਰਖਾਂ ਦੀ ਕਿਰਪਾ ਨਾਲ ਉਹ ਸੁਰਤੀ ਦਸਮ ਦੁਆਰ ਚਲੀ ਜਾ ਸਕਦੀ ਹੈ। ਇੱਕ ਸੁਰਤੀ ਦਾ ਮਾਰਗ, ਇੱਕ ਪੁਰਾਣਾ ਦਾ ਮਾਰਗ ਹੈ, ਇਹਦਾ ਕੋਈ ਖੰਡਨ ਨਹੀਂ ਹੈ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਐਸੀ ਘਾਟੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਾਣਕਾਰੀ ਦਿੱਤੀ ਹੈ। ਹਾਂਜੀ, ਅੱਗੇ ਫਰਮਾਉਂਦੇ ਨੇ, ਗੁਰ ਪੌੜੀ ਵੇੜੀ ਗੁਰੂ, ਆਸਾ ਰੂਪ ਨਦੀ ਤੋਂ ਤਰਨ ਵਾਸਤੇ ਸਤਿਗੁਰੂ ਕੋਲ ਭਗਤੀ ਦੀ ਵੇੜੀ ਹੈ। ਭੂਮਿਕਾ ਰੂਪ ਪੌੜੀਆਂ ਹਨ ਉਸ ਨੂੰ। ਗੁਰ ਤੁਲਹਾ ਹਰ ਨਾਉ, ਗੁਰੂ ਦੇ ਪਾਸ 9 ਪਰਮੇਸ਼ਰ ਦਾ ਨਾਮ ਰੂਪੀ ਤੁਲਹਾ, ਰਾਗ ਦਵੈਸ ਸੰਕਲਪਾਂ ਵਿਕਲਪਾਂ ਤੋਂ ਪਾਰ ਹੋਣ ਵਾਸਤੇ ਇਹ ਤੁਲਹਾ ਹੈ ਪਰਮੇਸ਼ਰ ਦੇ ਨਾਮ ਦਾ। ਗੁਰ ਸਰ ਸਾਗਰ ਬੋਹਿਥੋ, ਤੇ ਗੁਰੂ ਸਾਹਿਬ ਜੀ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਆਪ ਬੋਹਿਥਾ ਕੀ ਇਹ ਜਹਾਜ਼ ਸਰ ਦੀ ਨਿਆਈ ਹਨ, ਉਹਦੇ ਸਰ ਸਦਰਸ਼ਨ ਜਹਾਜ਼ ਦੀ ਨਿਆਈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਗੁਰ ਤੀਰਥ ਦਰਿਆ, ਗੁਰੂ ਤਾਂ ਪਵਿੱਤਰ ਤੀਰਥਾਂ ਦੇ ਨਾਲੋਂ 68 ਤੀਰਥਾਂ ਨਾਲੋਂ ਪਵਿੱਤਰ ਤੀਰਥ, ਤੇ ਚੱਲਦੇ ਦਰਿਆ ਵਾਗ ਨੇ ਪਵਿੱਤਰ ਨ, ਤੇ ਗੁਰੂ ਸਾਹਿਬ ਤੀਰਥਾਂ ਨਾਲੋਂ ਪਵਿੱਤਰ ਦਰਵੀਭੂਤ ਚੱਲਦੇ ਪ੍ਰਵਾਹ ਵਾਂਗੂ ਹਨ। ਜਿਤ ਸੁਭਾਵੈ ਊਜਲੀ, ਜੇ ਸਤਿਗੁਰੂ ਨੂੰ ਭਾ ਜਾਵੇ ਤਾਂ ਗੁਰੂ ਤੀਰਥ ਤੇ ਇਸ਼ਨਾਨ ਕੀਤਿਆਂ ਤੇ ਵੇ ਮਤ ਫਿਰ ਉਜਲੀ ਪਵਿੱਤਰ ਹੋ ਜਾਂਦੀ ਹੈ। ਸਤ ਸਰ ਨਹਾਵਣ ਜਾਓ, ਉਹ ਦੁਰਮਤ ਮੈਲ ਹਰੇ ਨਾਸ ਹੋ ਜਾਂਦੀ ਹੈ ਤੇ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜੇ ਭਾ ਜਾਵੇ, ਮਤ ਉਜਲੀ ਭਾਵ ਕੀ ਹੈ, ਆਤਮ ਵਿਸ਼ੈਣੀ ਹੋ ਜਾਂਦੀ ਹੈ। ਜੇ ਤਿਸ ਭਾਵੈ, ਜੇ ਸਤਿਗੁਰੂ ਨੂੰ ਭਾ ਜਾਵੇ, ਉਹ ਸਤਸੰਗਤ ਰੂਪੀ ਸਰੋਵਰ ਦੀ ਨਹਾਉਣ ਨਾਲ ਸਾਰੇ ਲਾਭ ਪ੍ਰਾਪਤ ਹੋ ਜਾਂਦੇ ਨੇ। ਤੇ ਗੁਰੂ ਜੀ ਸਤ ਸੰਤੋਖ ਆਦਿ ਗੁਣਾਂ ਦੇ ਸਰ ਸਰੋਵਰ, ਸਤ ਸਰ ਨਹਾਵਣ ਜਾਓ, ਇਸ ਵਿੱਚ ਸਰਵਣ ਮੰਨਣ ਅਧਿਆਸਨ ਰੂਪੀ ਇਸ਼ਨਾਨ ਕਰਨਾ, ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਇਹਨੂੰ ਨਹਾਵਣ ਕਹਿਣਾ ਭਾਈ, ਭਾਰਾ ਬੋਲਣਾ ਥੋੜਾ, ਨਾਵਣ ਨਾ ਬਣ ਜਾਵੇ। ਇਹ ਪਾਠ ਦਾ ਤੁਸੀਂ ਖਿਆਲ ਰੱਖਣਾ ਜੀ। ਪੂਰੋ ਪੂਰੋ ਆਖੀਐ, ਪੂਰਾ ਸਤਿਗੁਰੂ ਜੀ ਪੂਰੋ ਪੂਰਨ ਬ੍ਰਹਮ ਗਿਆਨ ਵਾਲੇ ਆਖੀਐ ਆਖੇ ਜਾਂਦੇ ਹਨ। ਪੂਰਾ ਤਖਤ ਨਿਵਾਸ, ਜੋ ਪੂਰੇ ਪੂਰਨ ਸਰੂਪ ਰੂਪੀ ਤਖਤ ਸਿੰਘਾਸਨ ਉੱਤੇ ਵਿਰਾਜਮਾਨ ਸਿੱਖਾਂ ਦਾ ਨਿਵਾਸ ਵਾਸਾ ਕਰਾ ਦਿੰਦੇ ਹਨ। ਪੂਰਨ ਪਰਮੇਸ਼ਰ ਤੇ ਪੂਰਾ ਉਸ ਦਾ ਨਾਮ ਕਹੀਦਾ ਹੈ। ਉਹ ਪੂਰੇ ਸੰਸਾਰ ਰੂਪੀ ਤਖਤ ਉੱਤੇ ਨਿਵਾਸ ਰੱਖਦਾ ਹੈ। ਪੂਰਨ ਪਰਮੇਸ਼ਰ ਹੈ, ਉਹਦਾ ਕਥਨ ਦਾ ਦਾਨ ਵੀ ਪੂਰਾ ਹੈ। ਤੇ ਐਸਾ ਪਰਮੇਸ਼ਰ ਵਾਹਿਗੁਰੂ ਉਹ ਪੂਰੇ ਸੰਸਾਰ ਰੂਪੀ ਤਖਤ ਦੇ ਉੱਤੇ ਸੁਭਾਏਮਾਨ ਹੈ। ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ ਪੂਰੇ ਥਾਨ ਸੁਹਾਵਣ। ਤੇ ਸਤਿਗੁਰੂ ਮਹਾਰਾਜ ਜੀ ਬ੍ਰਹਮ ਗਿਆਨ ਰੂਪੀ ਪੂਰਾ ਪਿਛਲੇ ਅਰਥ ਦੇ ਨਾਲ ਉਹ ਪੂਰੇ ਪੂਰਨ ਸਰੂਪੀ ਤਖਤ ਦੇ ਸਿੰਘਾਸਨ ਤੇ ਬਿਰਾਜਮਾਨ ਹੈ। ਗੁਰੂ ਦਾ ਉੱਥੇ ਨਿਵਾਸ ਹੈ। ਪੂਰੇ ਥਾਨ ਸੁਹਾਵਣ, ਪੂਰੇ ਸਤਿਗੁਰੂ ਸਤਸੰਗਤ ਰੂਪੀ ਸੋਭਨੀਕ ਥਾਨ ਹੈ। ਇਹ ਪੂਰੇ ਸਤਿਗੁਰੂ ਦਾ ਥਾਨ ਹੈ ਜੀ। ਪੂਰੇ ਆਸਨ ਨਿਰਾਸ, ਗੁਰੂ ਸਾਹਿਬ ਜਿਹੜੇ ਨਿਰਾਸ ਨੇ, ਨਿਰਾਸਿਆਂ ਦੀਆਂ ਆਸਾਂ ਪੂਰਨ ਕਰਨ ਵਾਲੇ ਨੇ, ਉਹਦਾ ਪੂਰੇ ਪੂਰਨ ਥਾਨ ਅਸਥਾਨ ਸਤਸੰਗਤ ਸੁਹਾਵਣੇ ਸੋਭਨੀਕ ਹੈ। ਸਤਿਗੁਰੂ ਜੀ ਆਏ ਨਿਰਾਸੇ ਦੀਆਂ ਆਸਾਂ ਪੂਰਨ ਕਰਦੀਆਂ ਹਨ। ਜਿਨ੍ਹਾਂ ਦਾ ਅੰਤਸਕਰਨ ਸੁੱਧ ਹੈ ਉਹਨਾਂ ਨੂੰ ਉਸ ਦੀ ਪ੍ਰਾਪਤੀ ਸੋਭਨੀਕ ਹੈ। ਜਿਹੜੇ ਦੁਨੀਆ ਦੇ ਵਿੱਚ ਨਿਰਾਸ ਹਨ ਉਹਨਾਂ ਨੂੰ ਪਰਮੇਸ਼ਰ ਆਪਣੀ ਪ੍ਰਾਪਤੀ ਕਰਾ ਕੇ ਆਸਾਂ ਪੂਰੀਆਂ ਕਰ ਦਿੰਦਾ ਹੈ। ਪੂਰਾ ਜਿਨ੍ਹਾਂ ਦਾ ਅੰਤਸਕਰਨ ਸੁੱਧ ਹੈ ਉਹਨਾਂ ਦਾ ਹਿਰਦਾ ਸੋਭਨੀਕ ਹੋ ਜਾਂਦਾ ਹੈ। ਜਿਸ ਕਰਕੇ ਗੁਰੂ ਸਾਹਿਬ ਉਹ ਹਿਰਦੇ 'ਚ ਨਾਮ ਵਸਾ ਦਿੰਦੇ। ਦੁਨੀਆ ਤੋਂ ਨਿਰਾਸ਼ ਹੋਇਆ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲਾ ਆਸਾ ਪੂਰਨ ਕਰ ਲੈਂਦਾ। ਨਾਨਕ ਪੂਰਾ ਜੀ ਮਿਲੈ, ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਬ੍ਰਹਮ ਸਰੋਤਰੀ ਬ੍ਰਹਮ ਰੇਸ਼ਟੀ ਪੂਰਾ ਗੁਰੂ ਮਿਲ ਜਾਵੇ ਕਿਉਂ ਘਟੈ ਗੁਣਤਾਸ। ਤੇ ਫਿਰ ਭਾਈ ਗੁਣਾਂ ਦਾ ਖਜ਼ਾਨਾ ਕਿਉਂ ਘਟੇ? ਨਹੀਂ ਘਟਦਾ। ਬ੍ਰਹਮ ਗਿਆਨ ਖਜ਼ਾਨਾ ਇਹ ਪੂਰਾ ਪ੍ਰਾਪਤ ਹੋ ਜਾਂਦਾ ਹੈ। ਜੇ ਪ੍ਰਭੂ ਜੀ ਪੂਰਾ ਸਤਿਗੁਰੂ ਦੁਆਰਾ ਪੂਰਨ ਸਤਿਗੁਰੂ ਮਿਲ ਪੈਣ ਫਿਰ ਭਾਈ ਗੁਰਾਂ ਦਾ ਪਾਤਰ ਬਣ ਜਾਂਦਾ ਹੈ, ਖਜ਼ਾਨਾ ਬਣ ਜਾਂਦਾ ਹੈ। ਤੇ ਇਸ ਕਰਕੇ ਉਹ ਫਿਰ ਘਟਦਾ ਨਹੀਂ ਤੇ ਵੱਧਦਾ ਹੀ ਹੈ, ਬਸ਼ਰਤੇ ਵੀ ਹਉਮੈ ਵਿੱਚੋਂ ਚਲੀ ਜਾਵੇ। ਇਹ ਜਿਹੜਾ ਜਮ ਮਾਰਗ ਜੂਨਾ ਰੂਪੀ ਘਾਟੇ 'ਚ ਨਹੀਂ ਜਾਂਦਾ, ਫਿਰ ਉਹ ਜਮਾਂ ਦਾ ਮਾਰਗ ਘਾਟੇ ਵਾਲਾ ਹੈ। ਕਿਉਂ ਘਾਟਾ ਹੈ? ਗੁਣਤਾਸ। ਜੇ ਪਰਮੇਸ਼ਰ ਪੂਰਨ ਵਾਹਿਗੁਰੂ ਗੁਰਾਂ ਦੁਆਰਾ ਮਿਲ ਜਾਣ ਕਿਉਂ ਘਾਟਾ ਭਾਟਾ ਕਿਵੇਂ ਪਵੇਗਾ? ਗੁਣਾਂ ਦਾ ਪਾਤਰ ਖਜ਼ਾਨਾ ਰੂਪ ਬਣ ਜਾਂਦੇ ਨੇ।
ਸਤਿਗੁਰੂ ਫਰਮਾਉਂਦੇ ਜੇਕਰ ਪੂਰਨ ਸਤਿਗੁਰੂ ਮਿਲ ਜਾਣ ਫਿਰ ਭਾਈ ਉਹ ਕਿਉਂ ਘਟੇਗਾ, ਉਹ ਤਾਂ ਗੁਣਾਂ ਦਾ ਪਾਤਰ ਹੈ, ਖਜ਼ਾਨਾ ਬਣ ਜਾਊਗਾ, ਉਹ ਸਰੂਪ ਦੀ ਸਿਖਿਆਤਾ ਵਾਲਾ ਹੋ ਜਾਂਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਦੁਨੀਆ ਨੂੰ ਤਾਰਦੇ ਹੋਏ ਮਹਾਰਾਜ ਪਾਕਪਟਨ ਚਲੇ ਗਏ। ਉੱਥੇ ਸ਼ੇਖ ਫਰੀਦ ਦਾ ਪੋਤਰਾ ਚੇਲਾ ਸੀ, ਉਹ ਸ਼ੇਖ ਬ੍ਰਹਮ ਹੈ ਉਹਦਾ ਨਾਮ, ਤੇ ਉਹ ਸ਼ੇਖ ਇਬਰਾਹੀਮ ਵੀ ਕਹਿੰਦੇ ਸੀ ਉਸ ਨੂੰ। ਤੇ ਉਹ ਸਤਿਗੁਰੂ ਮਹਾਰਾਜ ਨੂੰ ਮਿਲਿਆ, ਖੁਦਾ ਦੇ ਮਿਲਣ ਦਾ ਤਰੀਕਾ ਪੁੱਛਿਆ, ਮਹਾਰਾਜ ਬਹੁਤ ਸਤਿਕਾਰ ਨਾਲ ਮਿਲੇ। ਫਿਰ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਇਸ ਸ਼ਬਦ ਦੁਆਰਾ, ਜਿਗਿਆਸੂ ਰੂਪ ਇਸਤਰੀ ਤੇ ਮਹਾਤਮਾ ਰੂਪ ਸਖੀ ਦਾ ਸੰਵਾਦ, ਸਖੀ ਸਖੀ ਸੰਵਾਦ, ਇਹਨੂੰ ਕਥਨ ਕੀਤਾ ਮਹਾਰਾਜ ਨੇ। ਮਹਾਰਾਜ ਕਹਿੰਦੇ ਹਨ, ਆਓ ਭੈਣੇ ਗੱਲ ਮਿਲੇ ਹੈ, ਤੇ ਆਵੋ ਭੈਣੇ ਆਵੋ, ਆ ਕਰਕੇ ਪ੍ਰੇਮ ਦੇ ਸਹਿਤ ਗੱਲ ਮਿਲੋ। ਮਿਲ ਕੇ ਕੀ ਕਰਨਾ, ਉਹ ਪਰਮੇਸ਼ਰ ਵਾਹਿਗੁਰੂ ਦੀਆਂ ਅੰਕ ਸਹੇਲੜੀਆ, ਤੇ ਅੰਕ ਭਰ ਕੇ ਮਿਲੀਏ ਹਿਰਦੇ ਰੂਪੀ ਅੰਕ ਦੇ ਵਿੱਚ, ਤੇ ਮਿਲ ਕੇ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਕਰਨ ਵਾਸਤੇ। ਉਹ ਪਤੀ ਪਰਮੇਸ਼ਰ ਦੀਆਂ ਇਸਤਰੀਆਂ ਰੂਪ ਭੈਣੇ ਉਹਨਾਂ ਦੀ ਨਿਆਈ ਹੈ। ਸੰਤ ਸਰੂਪ ਭੈਣੇ ਆਵੋ, ਪਰਮੇਸ਼ਰ ਦੀ ਪ੍ਰਾਪਤੀਆਂ ਗੱਲਾਂ ਕਰਨ ਰੂਪੀ ਅੰਕ ਨੂੰ ਮਿਲੀਏ। ਜਿਵੇਂ ਭੈਣਾਂ ਸਹੇਲੀਆਂ ਸਿੱਧੀਆਂ ਗੱਲ ਲੱਗ ਕੇ ਮਿਲਦੀਆਂ, ਸਰੂਪ ਰੂਪੀ ਕੰਠ ਅਭੇਦ ਨਿਸ਼ਚੇ ਰੂਪੀ ਵਿਚਾਰ ਕਰਨ ਰੂਪ ਮਿਲਣਾ ਹੈ। ਇਹ ਹੈ ਮਿਲਾਪ। ਤੇ ਤੁਸੀਂ ਮੇਰੇ ਅੰਕ ਪਿਆਰੇ ਪਤੀ ਅਕਾਲ ਪੁਰਖ ਦੀਆਂ ਸਹੇਲੀਆਂ ਹੋ, ਅੰਕ ਹਿਰਦੇ ਦੀਆਂ ਸੱਜ ਸਹੇਲੀਆਂ ਹੋ ਤੁਸੀਂ। ਮਿਰਕਾ ਕਰਹਿ ਕਹਾਣੀਆ, ਉਹ ਸਮਰੱਥ ਸਾਰੀ ਤੁਕ ਬੋਲਦੇ ਜੀ, ਇਹ ਤੋਂ ਸਮਰੱਥ ਕੰਤ ਕੀਆ, ਇਹ ਸਮਰੱਥ ਤੋਂ ਅਰਥ ਚੁਰੋ। ਉਹ ਪਿਆਰੇ ਸਮਰੱਥ ਸਬਸ਼ੀਮਾਨ ਕੰਤ ਪਤੀ ਪਰਮੇਸ਼ਰ ਕੀਆਂ ਦੀਆਂ ਮਿਲਾਪ ਕਰਕੇ ਕਹਾਣੀਆਂ ਕਥਾਵਾਂ ਕਰੀਏ, ਕਿਵੇਂ ਕਿਵੇਂ ਉਹ ਸੰਤਾਂ ਭਗਤਾਂ ਨੂੰ ਮਿਲਿਆ ਹੈ। ਤੇ ਕੰਤ ਦਾ ਅਰਥ ਹੈ, ਕੰਗ ਨਾਮ ਸੁਖਾਂ ਦਾ ਹੁੰਦਾ ਹੈ, ਅੰਤ ਉਹ ਸੁਖਾਂ ਦੀਆਂ ਉਹਦੀਆਂ ਇੱਛਾਵਾਂ ਅੰਤ ਹੋ ਜਵੇ, ਇੰਨਾ ਸੁਖ। ਇਸ ਕਰਕੇ ਇਸਤਰੀ ਨੂੰ ਪਤੀ ਦਾ ਸੁਖ, ਜਿੱਥੇ ਦੁਨੀਆ ਦੇ ਸੁਖ ਅੰਤ ਹੋ ਜਾਂਦਾ ਹੈ, ਕੰਗ ਸੁਖ ਅੰਤ ਹੋ ਗਏ, ਤਾਂ ਉਹਦਾ ਨਾਮ ਕੰਤ ਹੈ। ਇਹ ਪਰਮਾਤਮਾ ਸਭ ਤੋਂ, ਇਹ ਕੰਤ ਤਾਂ ਧੋਖਾ ਵੀ ਦੇ ਜਾਂਦੇ ਆ, ਅਸਲੀ ਪਰਮਾਤਮਾ ਕੰਤ ਹੈ, ਜਿਹਦੇ ਵਰਗਾ ਹੋਰ ਕੋਈ ਸੁਖ ਕਿਸੇ ਥਾਂ ਤੇ ਹੈ ਨਹੀਂ। ਦੇਵੀ ਦੇਵਤਿਆਂ ਦੀ ਪ੍ਰਾਪਤੀ ਤੇ ਨਹੀਂ, ਪਦਾਰਥਾਂ ਦੀ ਪ੍ਰਾਪਤੀ ਤੇ ਨਹੀਂ। ਇਸ ਕਰਕੇ ਉਹਦੀਆਂ ਕਥਾ ਕਹਾਣੀਆਂ ਕਰੀਏ। ਸੱਚੇ ਸਾਹਿਬ ਸਭ ਗੁਣ, ਉਹ ਸੱਚੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਸਤ ਸਰੂਪ ਸਾਹਿਬ ਮਾਲਕ, ਸਭ ਸਾਰਿਆਂ ਤ੍ਰੈ ਕਾਲ ਆਬਾਦ ਨਾਸ ਰੂਪੇ ਜੋ ਉਹ ਸਾਰੇ ਗੁਣ ਉਹਦੇ ਵਿੱਚ। ਅਸੀਂ ਇਸ ਤਰ੍ਹਾਂ ਦੇ ਉਹਦੇ ਵਿੱਚ ਬੇਨਤੀ ਕਰੀਏ ਉਸ ਨੂੰ, ਔਗਣ ਸਭ ਅਸਾਹ, ਕਿਉਂ ਕਹੀਏ ਅਸਾਂ, ਸਾਡੇ ਵਿੱਚ ਤਾਂ ਮਹਾਰਾਜ ਸਾਰੇ ਔਗਣ, ਸਭ ਅਵਗੁਣ ਗੁਣ ਨਹੀਂ, ਔਗਣੇ ਔਗਣ ਸਾਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਦਇਆ ਕਰੋ ਕੁਛ ਮਿਹਰ ਪਾਵੋ, ਮਹਾਰਾਜ ਕੋਈ ਕਿਰਪਾ ਕਰੋ ਤੁਸੀਂ। ਆਪ ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਸਾਰੇ ਸਾਡੇ ਵਿੱਚ ਔਗਣ ਹਨ। ਕਰਤਾ ਸਭ ਕੋ ਤੇਰਾ ਜੋਰ, ਤੇ ਔਗਣ ਸਭ ਅਸਾਂ ਸਾਰੇ ਔਗਣ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ, ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਿਵਲ ਪਈ। ਇਹ ਸਾਰੇ ਸਾਡੇ ਚ ਔਗਣ। ਇਉਂ ਬੇਨਤੀ ਕਰੀਏ, ਕਰਤਾ ਸਭ ਕੋ ਤੇਰਾ ਜੋਰ, ਹੇ ਕਰਤੇ ਅਕਾਲ ਪੁਰਖ, ਸਭ ਕੋਈ ਤੇਰੇ ਜੋਰ ਬਲ ਕਰਕੇ ਸਥਿਤ ਹੈ। ਸਰ ਸੰਤ ਭਗਤ ਜਨ ਤੇਰੇ ਬਲ ਕਰਕੇ ਮਾਰਾ, ਲੋਕ ਤਾਂ ਟਿਕਣ ਨਾ ਦੇਣ, ਨਹੀਂ ਤੇਰੀ ਤਾਕਤ ਕਰਕੇ ਬਚੇ ਹੋਏ ਨੇ। ਤੇਰਾ ਹੀ ਜੋਰ ਹੈ, ਤੇਰੇ ਪਰਣੇ, ਤੇਰੇ ਆਸਰੇ ਪ੍ਰਾਣ ਚੱਲ ਰਹੇ ਨੇ। ਜਿਉਨੇ ਆ ਤਾਂ ਤੇਰੀ ਕਿਰਪਾ ਨਾਲ, ਕੋਈ ਮੁਰਦਾ ਕੁਝ ਨਹੀਂ ਕਰ ਸਕਦਾ। ਕਰਤਾ ਅਕਾਲ ਪੁਰਖ, ਜਿਨ੍ਹਾਂ ਸਾਰਿਆਂ ਦੇ ਵਿੱਚ ਪਰਮਾਰਥ ਕੇ ਵਿਵਹਾਰ ਗਿਆਨ ਹੈ, ਇਹ ਸਭ ਤੇਰੇ ਬਲ ਦਾ ਹੀ ਸਦਕਾ ਹੈ। ਗਿਆਨ ਆਪ ਜੀ ਦਾ ਹੀ ਬਖਸ਼ਿਆ ਹੋਇਆ ਹੈ। ਇੱਕ ਸ਼ਬਦ ਵਿਚਾਰੀਐ, ਇੱਕ ਕਰਤਾ ਪੁਰਖ ਵਾਹਿਗੁਰੂ ਦਾ ਇੱਕ ਸ਼ਬਦ ਨਾਮ ਰੂਪੀ ਜੇ ਵਿਚਾਰ ਲਈਏ। ਜਾ ਤੂੰ ਤਿਆ ਕਿਆ ਹੋਰ, ਤੇ ਹੇ ਪਰਮੇਸ਼ਰ, ਜਾਂ ਤੂੰ ਐ ਤਾਂ ਹੋਰ ਕਿਸੇ ਦੀ ਸਾਨੂੰ ਕੀ ਲੋੜ ਹੈ। ਜਾਂ ਕਰਤਾ ਪੁਰਖ ਇੱਕੋ ਹੀ ਸ਼ਬਦ ਉਪਦੇਸ਼ ਰੂਪੀ ਵਿਚਾਰ ਕਰ ਲਈਏ, ਤਾਂ ਏਕ ਬ੍ਰਹਮ ਦੀ ਵਿਚਾਰ ਕਰੀਏ, ਤੇ ਜਦੋਂ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਹੋਰ ਕਿਸੇ ਨੂੰ ਮਿਲਣ ਦੀ ਕੀ ਲੋੜ ਹੈ ਫਿਰ ਪਖੰਡੀਆਂ ਨੂੰ। ਜਾਂ ਜਦੋਂ ਸਾਨੂੰ ਪ੍ਰਾਪਤ ਹੋ ਗਿਆ, ਸਾਨੂੰ ਹੋਰ ਕਿਸੇ ਦੇਵੀ ਦੇਵਤੇ ਉਪਾਸਨਾ ਦੀ ਲੋੜ ਨਹੀਂ ਹੈ। ਜਦੋਂ ਸਾਨੂੰ ਪ੍ਰਾਪਤ ਹੋ ਗਿਆ ਤਾਂ ਅੰਦਰ ਹੋਰ ਦਵੈਤ ਵਾਸ਼ਨਾ ਆਦਿ ਕਿੱਥੇ ਰਹਿਣਗੀਆਂ। ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ, ਜਾਏ ਪੁੱਛੋ ਸੁਹਾਗਣੀ, ਜਾਏ ਜਾ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਕੌਣ? ਸੁਹਾਗਣਾ, ਜਿਨ੍ਹਾਂ ਨੂੰ ਪ੍ਰਮਾਤਮਾ ਮਿਲ ਗਿਆ ਉਹ ਸੁਹਾਗਣਾ, ਸੰਤ ਰੂਪ ਸੁਹਾਗਣੀਆਂ।
ਉਹਨਾਂ ਸੁਹਾਗਵੰਤੀਆਂ ਨੂੰ ਜਾ ਕੇ ਪੁੱਛੋ, ਤੁਸੀਂ ਰਾਵਿਆ ਕਿੰਨੇ ਗੁਣੇ, ਤੁਸੀਂ ਕਿਹੜੇ ਗੁਣਾ ਕਰਕੇ ਪ੍ਰਮਾਤਮਾ ਦੇ ਆਨੰਦ ਨੂੰ ਰਾਵਿਆ ਮਾਣਿਆ, ਕਿਵੇਂ ਤੁਹਾਨੂੰ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੋਇਆ। ਸਹਿਜ ਸੰਤੋਖ ਸੀਗਾਰੀਆ, ਉਹ ਫਿਰ ਸਖੀ ਜਵਾਬ ਦਿੰਦੀ ਹੈ, ਅਸੀਂ ਸਹਿਜ ਸ਼ਾਂਤੀ, ਧਰਮ, ਧੀਰਜ, ਗਿਆਨ, ਸੰਤੋਖ, ਇਹਨਾਂ ਗੁਣਾ ਰੂਪੀ ਸ਼ਿੰਗਾਰੀਆਂ, ਅਸੀਂ ਇਹ ਸ਼ਿੰਗਾਰ ਕਰ ਲਿਆ ਹੈ। ਜਿਹੜਾ ਸ਼ਿੰਗਾਰ ਪ੍ਰਮਾਤਮਾ ਨੂੰ ਇਸ ਕਰਕੇ ਭਾ ਗਿਆ। ਮਿੱਠਾ ਬੋਲਣੀ, ਫਿਰ ਅਸੀਂ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਦੇ, ਪਿਆਰੇ ਬਚਨ ਬੋਲਦੇ ਆ, ਖਰਬਾ ਨਹੀਂ ਬਚਨ ਬੋਲਦੇ। ਇਹ ਪਤੀ ਪਰਮਾਤਮਾ ਨੂੰ ਭਾ ਗਿਆ ਕਿਉਂਕਿ ਉਹ ਆਪ ਮਿੱਠੇ ਬਚਨ ਬੋਲਦਾ ਹੈ। ਸਾਨੂੰ ਕੌੜਾ ਬਚਨ ਕਿਸੇ ਨੂੰ ਨਹੀਂ ਇੱਕ ਦੂਜੇ ਨੂੰ ਬੋਲਣਾ ਚਾਹੀਦਾ। ਗਾਲ ਗਲੋਚ ਤਾਂ ਇੱਕ ਪਾਸੇ ਦੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਸ ਕਰਕੇ ਉਹਨਾਂ ਨੇ ਇਹ ਆਨੰਦ ਨੂੰ ਮਿੱਠਾ ਬੋਲਣੀ, ਮਿੱਠਾ ਬੋਲਣਾ ਪਰਮਾਤਮਾ ਨੂੰ ਪ੍ਰਾਪਤ ਹੈ, ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਹੈ ਮਿੱਠਾ ਬੋਲਣਾ। ਇਸ ਕਰਕੇ ਮਿੱਠ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਨਿਮਰਤਾ ਨਿਵਾਸ ਦਾਸ ਦਾਸਨ ਦਾਸਾਨ ਮਤ, ਮਦਰ ਬਚਨ ਸੁਣ ਬੇਨਤੀ ਬਖਾਨੀਆਂ। ਭਾਈ ਗੁਰਦਾਸ ਵੀ ਲਿਖਦੇ ਨੇ, ਫਿਰ ਰਸਾਲੂ ਤਾਂ ਮਿਲੇ, ਇਹ ਸਖੀਓ ਫਿਰ ਪਤੀ ਪ੍ਰਮਾਤਮਾ ਰਸਾਲੂ ਸੁੰਦਰਤਾ ਦਾ ਘਰ ਹੈ, ਰਸਾਂ ਦਾ ਘਰ ਹੈ, ਉਹ ਤਾਂ ਮਿਲਦਾ ਹੈ ਜਾ ਗੁਰੂ ਕਾ ਸ਼ਬਦ ਸੁਣੇ। ਜੇ ਜਿਗਿਆਸੂ ਗੁਰੂ ਦਾ ਉਪਦੇਸ਼ ਰੂਪੀ ਸ਼ਬਦ ਸੁਣੇ, ਕੰਨਾਂ ਦੇ ਨਾਲ ਸੁਣ, ਕੰਨਾਂ ਦੇ ਨਾਲ ਸੁਣੇ, ਸ਼ਰਧਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣੇ, ਇਹ ਸ਼ਬਦ ਸੁਣੇ, ਸ਼ਰਧਾ ਵਿਸ਼ਵਾਸ ਕੰਨਾਂ ਨਾਲ। ਫਿਰ ਗੁਰੂ ਦਾ ਸ਼ਬਦ ਕੰਨਾਂ ਨਾਲ ਸਰਬ ਪ੍ਰਤੱਖ ਵੀ ਸੁਣੇ, ਪ੍ਰਤੱਖ ਕੰਨਾਂ ਦੁਆਰਾ। ਮਨ ਦੇ ਸੰਕਲਪ ਨਾਲ ਸਰਵਣ ਕਰੀਏ, ਜੇ ਜਿਸ ਤਰ੍ਹਾਂ ਤੇ ਮਨ ਦੇ ਅੰਦਰ ਅਜਪਾ ਜਾਪ ਪ੍ਰਗਟ ਹੋ ਜਾਵੇ, ਫਿਰ ਪਾਰਸ ਕਲਾ ਦੀ ਨਿਆਈ ਅੰਦਰ ਮਨ ਸੁਧ ਹੋ ਕੇ ਹੰਕਾਰ ਅੰਤःਕਰਨ ਵਿੱਚ, ਹੰਕਾਰ ਦੀ ਨਿਤ ਮਨ ਬੁੱਧ ਚਿੱਤ ਹੰਕਾਰ ਚਤੁਸ਼ਟ ਅੰਤःਕਰਨ, ਉਹਦੇ ਚੋਂ ਹੰਕਾਰ ਤਾਂ ਨਿਵਰਤ ਹੋ ਜਾਂਦਾ, ਬ੍ਰਹਮ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ। ਕੇਤੀਆ ਤੇਰੀਆ ਕੁਦਰਤੀ, ਪਰਮੇਸ਼ਰ ਤੇਰੀ ਕੁਦਰਤੀ, ਕੁਦਰਤ ਕੀ ਹੈ? ਸ਼ਕਤੀ। ਕਿੰਨੀਆਂ ਕਨ ਤੇਰੀਆਂ ਸ਼ਕਤੀਆਂ ਬੇਅੰਤਨ ਮਹਾਰਾਜ। ਇਹ ਕਿੰਨੀਆਂ ਤੇਰੀਆਂ ਕੁਦਰਤੀਆਂ ਸ਼ਕਤੀਆਂ ਨੇ। ਪ੍ਰਤੱਖ ਵੀ ਲక్ష్ਮੀ ਹੈ, ਸਰਸਵਤੀ ਹੈ, ਬ੍ਰਹਮਾਣੀ ਹੈ, ਬ੍ਰਹਮਾ ਦੇ ਘਰ ਵਾਲੀ। ਇਹ ਕੇਵੜ ਕਿੰਨੀ ਕੁ ਅੱਗੇ ਦੱਸਦੇ ਹਨ, ਕੇਵੜ ਤੇਰੀ ਦਾਤ, ਕੇਵੜ ਕਿੱਡੀ ਵੱਡੀ ਤੇਰੀ ਦਾਤ ਹੈ, ਬੇਅੰਤ ਹੈ। ਆਪਣੀਆਂ ਦਾਤਾਂ ਦੁਆਰਾ ਤੂੰ ਸਾਰਿਆਂ ਨੂੰ ਰੋਜੀ ਦੇਣਾ, ਪਾਲਣਾ ਕਰਦਾ ਹੈ, ਗਿਆਨ ਪਰਮਾਰਥ ਬ੍ਰਹਮ ਗਿਆਨ ਦੇਣਾ, ਭਗਤੀ ਆਦਿ ਦੇਣਾ, ਇਹ ਬਖਸ਼ਾਂ ਕਰਦਾ ਹੈ। ਕਿਤੇ ਤੇਰੇ ਜੀਵ ਜੰਤ, ਕਿੰਨੇ ਤੇਰੇ ਤੁਹਾਡੇ ਪੈਦਾ ਕੀਤੇ ਹੋਏ ਜੀਵ ਅਸਥੂਲ, ਜੰਤ ਸੂਖਮ, ਜਿਨ੍ਹਾਂ 'ਚ ਹੱਡੀਆਂ ਨਹੀਂ ਹਨ, ਕੀੜੀ ਤੋਂ ਲੈ ਕੇ ਹਾਥੀ ਤੱਕ, ਇਹ ਤੇਰੇ ਜੀਵ ਪੈਦਾ ਕੀਤੇ ਹਨ। ਸਿਫਤ ਕਰਹਿ ਦਿਨ ਰਾਤ, ਇਹ ਕਰੋੜਾਂ ਜੀਵ ਦਿਨ ਰਾਤ ਤੇਰੀ ਸਿਫਤ, ਇਹ ਆਪੋ ਆਪਣੀ ਬੋਲੀ ਦੇ ਅਨੁਸਾਰ ਬੜਾਈਆਂ ਕਰਦੇ ਤੇਰੀਆਂ। हे ਪ੍ਰਭੂ, ਸਾਰੇ ਜੀਵਾਂ ਨੂੰ ਤੇ ਸਾਰੇ ਜੀਵ ਤੈਨੂੰ ਚੇਤੇ ਕਰਦੇ, ਤੂੰ ਸਾਰਿਆਂ ਦਾ ਧਿਆਨ ਰੱਖਣਾ। ਖਸਮੀ ਨਾਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ, ਇਸ ਪ੍ਰਕਾਰ ਦੱਸਦੇ ਹਨ। ਕਿਤੇ ਤੇਰੇ ਰੂਪ ਰੰਗ, ਇਹ ਵਾਹਿਗੁਰੂ ਤੇਰੇ ਕਿੰਨੇ ਹੀ ਆਕਾਰ ਬਣੇ ਹੋਏ ਨੇ, ਕਿੰਨੇ ਤੇਰੇ ਗੋਲੇ ਕਾਲੇ ਪੀਲੇ, ਇਹ ਤੇਰੇ ਰੰਗ ਹਨ ਸੱਚੇ ਪਾਤਸ਼ਾਹ ਜੀ। ਕਿਤੇ ਜਾਤ ਅਜਾਤ, ਤੇ ਜਿੱਥੇ ਕਿੰਨੇ ਹੀ ਰੰਗ ਨੇ, ਕਿੰਨੇ ਆਕਾਰ, ਜਿਵੇਂ ਰਾਮਚੰਦਰ ਕ੍ਰਿਸ਼ਨ ਰੂਪ, ਨਰਸਿੰਘ, ਮੱਛ ਕੱਛ ਆਦਿ, ਇਹ ਵੀ ਤੇਰੇ। ਤੇ ਕਿੰਨੇ ਉਹਦੇ ਚੰਗੀਆਂ ਚੰਗੀਆਂ ਜਾਤੀਆਂ, ਕਿੰਨੇ ਅਜਾਤ ਨੀਵੀਆਂ ਜਾਤੀਆਂ, ਕਿਤਨੇ ਜਾਤ ਗਿਆਤ ਵਾਲੇ, ਕਿਤਨੇ ਅਜਾਤ ਅਗਿਆਤ ਅਗਿਆਨੀ ਲੋਕ ਨੇ, ਕਿੰਨੇ ਜਾਤ ਗਿਆਨ ਬਣਨ ਵਾਲੇ, ਚੇਤਨ ਦੇ ਆਸਰੇ ਰਹਿਣੇ, ਕਿੰਨੇ ਅਜਾਤ ਜੜ ਰੂਪ ਹੋ ਜਾਂਦੇ ਨੇ, ਗਿਆਨ ਚੇਤਨ ਦੇ ਸਹਿਤ ਰਹਿੰਦੇ ਨੇ, ਕਈ ਅਗਿਆਨੀ ਨੇ, ਉਸੇ ਸਮਾਂ ਸੰਸਾਰ ਦੇ ਵਿੱਚ ਬਤੀਤ ਕਰ ਜਾਂਦੇ ਨੇ। ਸੱਚ ਮਿਲੈ ਸੱਚ ਊਪਜੈ, ਜੇਕਰ ਸੱਚਾ ਵਾਹਿਗੁਰੂ ਗੁਰੂ ਦੁਆਰਾ ਮਿਲ ਜਾਵੇ ਤਾਂ ਹਿਰਦੇ ਵਿੱਚ ਸੱਚ ਪੈਦਾ ਹੋ ਜਾਂਦਾ ਹੈ। ਫਿਰ ਸੱਚ ਵਹਿ ਸਾਚ ਸਮਾਏ, ਤੇ ਸਰਵਣ ਮੰਨਣ ਦੇ ਆਸਨ ਦੁਆਰਾ ਸੱਚੇ ਨਾਮ 'ਚ ਨਿਸ਼ਚਾ ਹੋ ਕੇ ਸੱਚ ਬ੍ਰਹਮ ਦੇ ਵਿੱਚ ਸਮਾ ਜਾਈਦਾ। ਸੱਚ ਸਰੂਪ ਦੇ ਸਖਿਆਤਾਕਾਰ ਹੋ ਕੇ ਸੱਚ ਮੈਂ ਸਾਚ ਸਮਾਏ, ਉਹਦੇ ਵਿੱਚ ਪਰਮੇਸ਼ਰ ਦੇ ਸਖਿਆਤਾ ਰੂਪ ਹੋਣ ਕਰਕੇ ਅਭੇਦਤਾ ਰੂਪ ਸਮਾ ਜਾਈਦਾ। ਸੁਰਤ ਹੋਵੇ ਪਤ ਉਗਵੈ, ਜੇ ਚੰਗੀ ਸੁਰਤ ਗਿਆਤ ਹੋਵੇ, ਪਰਮਾਰਥ ਦੀ ਪ੍ਰਾਪਤੀ ਤੇ ਨਿਰਵਿਕਾਰ ਜੀਵਨ ਉਤਪਨ ਹੋ ਜਾਵੇ, ਪਰਲੋਕ ਦੇ ਵਿੱਚ ਫਿਰ ਪਤ ਇੱਜ਼ਤ ਹੁੰਦੀ ਹੈ, ਤੇ ਜਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਉਹਦੀ ਪ੍ਰਾਪਤੀ ਦੀ ਦਾਤ ਮਿਲ ਜਾਂਦੀ ਹੈ। ਅਤੇ ਫਿਰ ਜੇ ਗੁਰੂ ਦੇ ਬਚਨਾਂ ਦੁਆਰਾ, ਗੁਰ ਬਚਨੀ ਪਉ ਖਾਏ, ਗੁਰਾਂ ਦੇ ਬਚਨਾਂ ਦੁਆਰਾ, ਉਪਦੇਸ਼ ਦੁਆਰਾ ਸਿਮਰਨ ਕਰੇ, ਸਰਵਣ ਮੰਨਣ ਅਧਿਆਸਨ,
ਇਹ ਕਰਕੇ ਜਮਾ ਦਾ ਭਾਉ ਡਰ ਹੈ ਜਿਹੜਾ ਉਹ ਤਾਂ ਖਾਏ ਕਹੀਏ ਨਾਸ ਹੀ ਕਰ ਦਈਦਾ। ਫਿਰ ਤਤ ਪਦ ਦਾ ਸੰਬੋਧਨ ਕਰਕੇ ਤੇ ਸੱਚ ਵਿੱਚ ਬਿਰਤੀ ਦਾ ਸਮਾਹ ਹੋ ਜਾਂਦਾ ਹੈ। ਨਾਨਕ ਸੱਚਾ ਪਾਤਸ਼ਾਹ। ਮਹਾਰਾਜ ਸਾਹਿਬ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ। ਸੱਚਾ ਸਤ ਸਰੂਪ ਪਰਮੇਸ਼ਰ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਬਾਕੀ ਦੁਨੀਆ ਦੇ ਬਾਦਸ਼ਾਹ ਤਾਂ ਐਵੇਂ ਝੂਠੇ ਕੂੜੇ ਹਨ। ਇਸ ਕਰਕੇ ਕਿਹਾ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਬਾਜਾ ਐਸੇ ਹਨ ਇਹ ਆਪੇ ਲੈ ਮਿਲਾਏ। ਉਹ ਫਿਰ ਗੁਣਵੰਤੀਆਂ ਜਿਹੜੀਆਂ ਵਾਹਿਗੁਰੂ ਦੀ ਪ੍ਰਾਪਤੀ ਵਾਲੀਆਂ ਸੰਤ ਰੂਪ ਸਖੀਆਂ ਗਿਆਨਵਾਨ ਸੁਹਾਗਣਾ ਨੂੰ ਉਹ ਸਖੀਆਂ ਰੂਪ ਨੂੰ ਆਪਣੇ ਨਾਲ ਆਪ ਹੀ ਮੇਲ ਲੈਂਦਾ ਹੈ। ਆਪ ਕਿਰਪਾ ਕਰਕੇ ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਸਤਿਗੁਰੂ ਜੀ ਖਿਮਾ ਕਰਨੀ। ਹਾਂਜੀ। ਤੁਰਤ ਹੋਵੇ ਪਤ ਉਗਵੇ ਗੁਰਬਚਨੀ ਪਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।